देश दुनिया च वसते पंजाबियों ਨੂੰ जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी, दोनों ਨੂੰ जी आया। बहुत बहुत शुक्रिया रंधावा जी। तरन सत श्री अकाल जी। बिल्कुल इधर उधर नहीं जाना, सीधे मुद्दे ते आउने आ। वैसे मशहूर शायर ने राम सिंह उन्हां दियां सतरां ने कि उठ की सभा हजूर दी मसले विचार के तुर गए घरां नूं आजड़ी बंदियां नूं चार के। ਇਹਦਾ ਕਿਸੇ ਨਾਲ ਵੀ ਕੋਈ ਸਬੰਧ ਨਹੀਂ, ਬਸ ਐਵੇਂ ਗੱਲ ਤੋਰੀ ਆ। ਤੇ ਗੱਲ ਤੋਰਦੇ ਆ, ਗਵਰਨਰ ਪੰਜਾਬ ਕੱਲ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਸੀਗੇ ਔਰ ਉਹ ਪੰਜਾਬ ਸਰਕਾਰ ਦੇ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਬਹੁਤ ਸਖਤ ਟਿੱਪਣੀ ਕਰਦੇ। ਹਾਲਾਂਕਿ ਉਹ ਟਿੱਪਣੀ ਸੁਜੈਸ਼ਨ ਰੂਪ ਚ ਹੈ, ਸਲਾਹ ਰੂਪ ਚ ਹੈ, ਲੇਕਿਨ ਜੇਕਰ ਦੂਜੇ ਐਂਗਲ ਤੋਂ ਦੇਖਿਆ ਜਾਵੇ, ਐਥਿਕਸ ਦੇ ਨਜ਼ਰੀਏ ਤੋਂ, ਇਖਲਾਕ ਦੇ ਨਜ਼ਰੀਏ ਤੋਂ ਔਰ ਰਾਜ ਧਰਮ ਦੇ ਨਜ਼ਰੀਏ ਤੋਂ, ਮੁੱਖ ਮੰਤਰੀ ਨੂੰ ਨਿਰਪੱਖ ਜਾਂਚ ਦੇ ਨਜ਼ਰੀਏ ਤੋਂ ਵੀ ਲਾਲਚੰਦ ਕਟਾਰੂ ਚੱਕ ਨੂੰ ਬਾਜ਼ਾਰ ਤੋਂ ਪਾਸੇ ਕਰਨਾ ਬਣਦਾ ਸੀਗਾ। ਇਹ ਖਬਰ ਨੂੰ ਲੈਨੇ ਆ, ਸਿਰਫ ਲੈਨੇ ਹੀ ਨਹੀਂ ਆ, ਨਿਭਾਉਣੇ ਵੀ ਆ। ਇਹ ਬਣਦਾ ਹੈ। ਇੱਥੇ ਵਿਰੋਧੀ ਧਿਰਾਂ ਦੀ ਮੰਗ ਪਾਸੇ ਰੱਖ ਦਿਓ, ਲੇਕਿਨ ਇੱਥੇ ਜਾਂਚ ਦਾ ਮਸਲਾ ਹੈ ਤੇ ਜਾਂਚ ਨਿਰਪੱਖ ਉਦੋਂ ਹੀ ਹੋ ਸਕਦੀ ਹੈ ਜਦੋਂ ਬੰਦਾ ਪ੍ਰਭਾਵੀ ਨਾ ਹੋਵੇ, ਪ੍ਰਭਾਵ ਨਾ ਛੱਡ ਸਕਦਾ ਹੋਵੇ। ਮੰਤਰੀਆਂ ਦੇ ਅੱਗੇ ਕੌਣ ਕੁਸਕਦੇ ਨੇ, ਕਿਉਂ ਨਿਰਪੱਖ ਜਾਂਚ ਹੋਊਗੀ, ਸਾਰੇ ਸਵਾਲ ਲੈਣੇ ਬਣਦੇ ਆ। ਵੈਸੇ ਗਵਰਨਰ ਪੰਜਾਬ ਦਾ ਜ਼ਿਕਰ ਹੋਇਆ ਤੇ ਗਵਰਨਰ ਬੰਗਾਲ ਦਾ ਜ਼ਿਕਰ ਵੀ ਹੋਣਾ ਚਾਹੀਦਾ। ਉਹਨਾਂ ਕਿਉਂਕਿ ਗਵਰਨਰਾਂ ਦੀਆਂ ਤਾਕਤਾਂ ਤੇ ਇਹਨਾਂ ਦੇ ਸਰਕਾਰਾਂ ਨਾਲ ਟਕਰਾ, ਚੁਣੀਆਂ ਸਰਕਾਰਾਂ ਨਾਲ ਟਕਰਾ, ਅਖਤਿਆਰਾਂ ਤੋਂ ਲੈ ਕੇ ਜ਼ਿੰਮੇਵਾਰੀਆਂ ਤੱਕ ਸਾਰੇ ਮਾਮਲੇ ਆਉਂਦੇ ਆ। ਬੰਗਾਲ ਦੇ ਗਵਰਨਰ ਨੇ 11 ਇੰਟਰਮ ਆਰਜੀ ਤੌਰ ਤੇ ਵੀਸੀ ਲਾਤੇ। ਉੱਥੋਂ ਦੇ ਸਿੱਖਿਆ ਮੰਤਰੀ ਨੇ ਤਾਲ ਠੋਕਤੀ, ਕਹਿੰਦੇ ਵੇਖਿਓ ਕਿਤੇ ਜੁਆਇਨ ਨਾ ਕਰਨ ਚਲੇ ਜਾਓ। ਇੱਥੇ ਟਕਰਾ ਤਗੜਾ ਬਣ ਗਿਆ। ਉਧਰ ਗਵਰਨਰ ਪੰਜਾਬ ਕੱਲ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਤੇ ਦੋਨਾਂ ਮੁੱਖ ਮੰਤਰੀਆਂ 'ਚ ਫਸ ਕੇ ਬੈਠੇ ਹੋਏ ਸੀ। ਹੁਣ ਪੰਜਾਬ ਦੇ ਮੁੱਖ ਮੰਤਰੀ, ਕਿਉਂਕਿ ਇਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ, ਪ੍ਰਿੰਸੀਪਲ ਸੈਕਟਰੀ ਜਸਪ੍ਰੀਤ ਕੌਰ ਤਲਵਾੜ ਦਿੱਲੀ 'ਚ ਸੀਗੇ, ਉਹ ਕੱਲ ਹਾਜ਼ਰ ਨਹੀਂ ਸੀ। ਅਗਲੀ ਮੀਟਿੰਗ 5 ਨੂੰ ਹੋਊਗੀ। ਸਿਧਾਂਤਕ ਤੌਰ ਤੇ ਪੰਜਾਬ ਇਸ ਤੋਂ ਪਹਿਲਾਂ ਆਪਣਾ ਦਾਅਵਾ ਠੋਕ ਚੁੱਕਿਆ, 1.5 ਸਾਲ ਪਹਿਲਾਂ ਹੋਈ ਮੀਟਿੰਗ 'ਚ ਸਾਫ਼ ਕਰ ਚੁੱਕਿਆ ਕਿ ਇਹਦਾ ਵਾਈਸ ਚਾਂਸਲਰ ਪੰਜਾਬ ਤੋਂ ਹੋਣਾ ਚਾਹੀਦਾ ਤੇ ਇਹਦਾ ਚਾਂਸਲਰ ਵਾਈਸ ਪ੍ਰੈਜ਼ੀਡੈਂਟ ਦੀ ਬਜਾਏ ਗਵਰਨਰ ਪੰਜਾਬ ਹੋਣਾ ਚਾਹੀਦਾ। ਇਹਦੇ ਉੱਤੇ ਗੱਲ ਅੱਗੇ ਵਧਾਉਂਦੇ ਆ। 12 ਤਰੀਕ ਕਾਫੀ ਅਹਿਮ ਆ ਨੈਸ਼ਨਲ ਪੋਲਿਟਿਕਸ ਵਿੱਚ। 12 ਤਰੀਕ ਨੂੰ ਨਤੀਸ਼ ਕੁਮਾਰ ਨੇ ਪਟਨਾ ਸਾਹਿਬ ਦੇ ਵਿੱਚ ਸਾਰੀਆਂ ਪਾਰਟੀਆਂ ਸੱਦੀਆਂ ਹੋਈਆਂ। ਕਾਂਗਰਸ ਜਾਏਗੀ, ਪਰ ਜਾਏਗਾ ਕੌਣ, ਇਹਦੇ ਤੇ ਅਜੇ ਫੈਸਲਾ ਹੋਣਾ ਹੈ। ਉਧਰ ਸਸੋਦੀਆ ਦੇ ਵਕੀਲ ਨੂੰ ਹਾਈ ਕੋਰਟ ਪੁੱਛਦੀ ਆ, ਜੇ ਪਾਲਿਸੀ ਇੰਨੀ ਵਧੀਆ ਸੀ ਵਾਪਸ ਕਿਉਂ ਲਈ, ਸਕ੍ਰੈਪ ਕਿਉਂ ਕੀਤੀ? ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹੁੰਦੇ ਆ। ਇੱਥੇ ਅਸੀਂ ਰਾਜਨੀਤੀ ਤੇ ਚੱਲਾਂਗੇ ਪੰਜਾਬ ਦੇ ਨਜ਼ਰੀਏ ਤੋਂ। AIG ਬਰਖਾਸਤ, ਰਾਜਜੀਤ ਸਿੰਘ ਹਾਈ ਕੋਰਟ 'ਚ ਗਏ ਨੇ ਬਰਖਾਸਤਗੀ ਦੇ ਖਿਲਾਫ। ਸਿੱਧੂ ਤੇ ਫੈਸਲਾ ਆਇਆ, ਲੇਕਿਨ ਫੈਸਲਾ ਕੀ ਆਇਆ, ਉਹ ਫਸਿਆ ਹੋਇਆ। ਜਦੋਂ ਕੱਲ ਸਾਰੀਆਂ ਪਾਰਟੀਆਂ ਬਰਜਿੰਦਰ ਸਿੰਘ ਹਮਦਰਦ ਦੇ ਸਮਰਥਨ 'ਚ ਬੈਠੀਆਂ ਸੀ, ਉੱਥੇ ਬਹੁਤ ਹਾਸਾ ਠੱਠਾ ਚੱਲਿਆ। ਜਿਹੜੀ ਰਿਪੋਰਟ ਬਾਅਦ ਦੇ ਵਿੱਚ ਆਈ, ਉਹਦੇ ਵਿੱਚ ਬਹੁਤ ਸਾਰੀਆਂ ਦਿਲਚਸਪੀਆਂ ਨੇ। ਭਾਸਕਰ ਸਾਹਿਬ ਜਲੰਧਰ ਤੋਂ ਆਉਂਦੇ ਨੇ, ਕੁਝ ਚੀਜ਼ਾਂ ਨਾਲ ਤੁਹਾਡੀ ਸਾਂਝ ਪਵਾਉਣਗੇ, ਪਰ ਕੁਝ ਅਖਬਾਰਾਂ ਬੜੇ ਸਾਫ਼ ਲਫ਼ਜ਼ਾਂ 'ਚ ਲਿਖਦੀਆਂ ਕਿ ਜਿਸ ਪਟੀਸ਼ਨ, ਜਿਸ ਪ੍ਰੇਰ ਨਾਲ ਬਰਜਿੰਦਰ ਸਿੰਘ ਹਮਦਰਦ ਹਾਈ ਕੋਰਟ 'ਚ ਗਏ ਸੀ, ਉਹਦੇ 'ਚ 2 ਮੁੱਖ ਬਿੰਦੂ ਸੀਗੇ। ਇੱਕ ਤਾਂ ਉਹਨਾਂ ਦੀ ਮੰਗ ਸੀ ਕਿ CBI ਤੋਂ ਜਾਂਚ ਕਰਾਈ ਜਾਏ ਵਿਜੀਲੈਂਸ ਦੀ ਬਜਾਏ, ਔਰ ਦੂਜੀ ਮੰਗ ਸੀ ਕਿ ਮੁੱਖ ਮੰਤਰੀ ਨੂੰ ਨਿੱਜੀ ਤੌਰ ਤੇ ਉਹਨਾਂ ਧਿਰ ਬਣਾਇਆ ਸੀ। ਹਾਈ ਕੋਰਟ ਨੇ ਮੁੱਖ ਮੰਤਰੀ ਨੂੰ ਧਿਰ ਨਹੀਂ ਬਣਾਇਆ ਔਰ CBI ਦੀ ਜਾਂਚ ਨਹੀਂ ਮੰਨੀ, ਲੇਕਿਨ ਉਹਨਾਂ ਨੂੰ ਰਾਹਤ ਦਿੱਤੀ। 7 ਦਿਨ ਦਾ ਇੱਕ ਨੋਟਿਸ ਪੀਰੀਅਡ ਫਾਈਨਲ ਹੋ ਗਿਆ ਔਰ ਕੁਐਸਚਨੀਅਰ ਫਾਈਨਲ ਹੋ ਗਿਆ। ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਇੰਦਰਪ੍ਰੀਤ ਜੀ, ਤੁਸੀਂ ਚੰਡੀਗੜ੍ਹ 'ਚ ਬੈਠੇ ਹੋ। ਕੱਲ ਗਵਰਨਰ ਸਾਹਿਬ ਮੁੱਖ ਮੰਤਰੀ ਨੂੰ ਮਿਲਣ ਤੋਂ ਬਾਅਦ ਆਖਰ ਐਸੀ ਚਾਹ 'ਚ ਕਿਹੜੀ ਕੁੜੱਤਣ ਘੁਲ ਗਈ ਕਿ ਬਾਅਦ 'ਚ ਸ਼ੀਸ਼ਾ ਵਿਖਾਉਣ ਤੁਰ ਪਏ? ਦਿੰਦੇ ਤੇ ਉਹ ਸਲਾਹ, ਲੇਕਿਨ ਲੱਗਦੀ ਤਾਕੀਦ ਆ ਕਿ ਇਹ ਮੰਤਰੀ ਵਜ਼ਾਰਤ ਵਿੱਚ ਕਿਉਂ ਆ? ਕਟਾਰੂ ਚੱਕ, ਜਿਹਦੇ ਖਿਲਾਫ ਇਖਲਾਕ ਦਾ ਮਾਮਲਾ, ਜਿਹਦੇ ਖਿਲਾਫ ਮੈਂ ਕਹਿੰਦੇ ਤੁਹਾਨੂੰ ਲਿਖਿਆ, ਇਹਦੇ ਤੇ ਕਾਰਵਾਈ ਕਿਉਂ ਨਹੀਂ? ਗੱਲ ਤੋਰੋ ਜ਼ਰਾ। ਰੰਧਾਵਾ ਸਾਹਿਬ, ਜਿਹੜਾ ਇਹ ਇਸ਼ੂ ਹੈ, ਮਤਲਬ ਇਹ ਅਸੀਂ ਲਗਾਤਾਰ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ। ਕਮਾਲ ਦੀ ਗੱਲ ਇਹ ਹੈਗੀ ਹੈ ਕਿ ਗਵਰਨਰ ਸਾਹਿਬ ਨੂੰ ਦੂਸਰੀ ਵਾਰ ਇਹ ਗੱਲ ਕਹਿਣੀ ਪੈਗੀ ਕਿ ਉਹਦੇ ਖਿਲਾਫ ਕਾਰਵਾਈ ਕਰੋ। ਪਹਿਲਾਂ ਜਦੋਂ ਉਹਨਾਂ ਨੇ ਆਪਣੀ ਭੇਜੀ ਸੀ ਸ਼ਿਕਾਇਤ ਦੇ ਨਾਲ ਵੀਡੀਓ, ਤਾਂ ਕਿਹਾ ਸੀ। ਹੁਣ ਦੁਬਾਰਾ ਕੱਲ ਦੀ ਮੀਟਿੰਗ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਵੀ ਇਹ ਗੱਲ ਕਹਿਤੀ ਹੈ। ਆਖਿਰ ਇਹ ਗੱਲ ਕਹਿਣੀ ਕਿਉਂ ਪੈ ਰਹੀ ਹੈ? ਉਦੋਂ ਜਦੋਂ ਕਿ ਇੱਕ ਦਿਨ ਪਹਿਲਾਂ ਹੀ ਹਜੇ ਪੰਜਾਬ ਕੈਬਨਿਟ ਦੇ ਵਿੱਚ ਵਿਸਤਾਰ ਹੋਇਆ।
ਸੋ ਇਹ ਬੜੀ ਇੰਪੋਰਟੈਂਟ ਗੱਲ ਹੈ। ਤੁਸੀਂ ਇੱਕ ਮਿਨਿਸਟਰ ਨੂੰ ਸਿਰਫ ਇਸ ਕਰਕੇ ਹਟਾਤਾ ਕਿ ਉਹਨੇ ਇੱਕ ਬਿਆਨ ਦਿੱਤਾ ਜੋ ਤੁਹਾਡੀ ਸਰਕਾਰ ਦੀ ਨੀਤੀ ਦੇ, ਜਾਂ ਨੀਤੀ ਤਾਂ ਨਹੀਂ ਮੈਂ ਕਹੂੰਗਾ, ਇੱਕ ਪ੍ਰੋਗਰਾਮ ਦੇ ਖਿਲਾਫ ਹੈ। ਔਰ ਇੱਕ ਮਿਨਿਸਟਰ, ਮਤਲਬ ਉਹਦੇ ਉੱਤੇ ਇੰਨਾ ਸੰਗੀਨ ਆਰੋਪ ਹੈ, ਆਰੋਪ ਨਹੀਂ ਹੈ ਇਕੱਲਾ, ਉਹਦੇ ਸਬੂਤ ਵੀ ਨੇ। ਉਹਨੂੰ ਤੁਸੀਂ ਨਾ ਤਾਂ ਮੰਤਰੀ ਮੰਡਲ ਚੋਂ ਹਟਾਇਆ ਤੇ ਨਾ ਹੀ ਉਹਦਾ ਕੋਈ ਵਿਭਾਗ ਚੇਂਜ ਕੀਤਾ। ਘੱਟੋ ਘੱਟ ਇਹਦੇ ਨਾਲ ਹੀ ਹੋ ਜਾਂਦਾ ਵੀ ਕੋਈ ਉਹਨੂੰ ਇਹੋ ਜਿਹਾ ਵਿਭਾਗ ਦਿੱਤਾ ਜਿਸ 'ਚ ਮਤਲਬ ਕੋਈ ਕੰਮ ਕਰਨ ਨੂੰ ਹੈ ਹੀ ਨਹੀਂ। ਤਾਂ ਹਾਲਾਂਕਿ ਜਿਹੜੇ ਰਾਜਪਾਲ ਹੁੰਦੇ ਆ ਉਹ ਕਿਸੇ ਵੀ ਚੁਣੀ ਸਰਕਾਰ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ। ਇਹ ਆਮ ਤੌਰ ਤੇ ਹੁੰਦਾ ਹੈ ਕਿ ਚੁਣੀ ਹੋਈ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਹੈ ਉਹੀ ਸਾਰੀਆਂ ਫੈਸਲੇ, ਸਭ ਚੀਜ਼ਾਂ ਉਹੀ ਕਰਦਾ। ਪਰ ਇੱਥੇ ਇੱਕ ਸਵਾਲ ਕੱਲਾ ਗਵਰਨਰ ਦੇ ਉਹਦਾ ਨਹੀਂ ਹੈ ਵੀ ਗਵਰਨਰ ਨੇ ਕਿਹਾ ਕਿ ਤੁਸੀਂ ਕਾਰਵਾਈ ਕਰੋ। ਇਹ ਤਾਂ ਤੁਸੀਂ ਦੇਖੋ ਹਰ ਆਮ ਜਨ ਵੀ ਕਹਿ ਰਿਹਾ ਹੈ ਕਿ ਭਾਈ ਇਹ ਮੰਤਰੀ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਬਣਦੀ ਹੈ। ਦੂਜੀ, ਸਰਕਾਰ ਵੱਲੋਂ ਬੇਸ਼ੱਕ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ SIT ਬਣਾਤੀ ਹੈ, ਉਹ ਜਾਂਚ ਕਰੇਗੀ ਇਸ ਮਾਮਲੇ ਦੀ। ਕੀ ਇਸ ਦੇ ਵਿੱਚ ਜਾਂਚ ਦੀ ਕੋਈ ਲੋੜ ਹੈ? ਜਦੋਂ ਪ੍ਰਤੱਖ ਸਬੂਤ ਸਾਹਮਣੇ ਹੈ ਔਰ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹ ਵੀ ਫੋਰੈਂਸਿਕ ਜੇ ਜਾਂਚ ਕਲੀਅਰ ਹੋ ਚੁੱਕਿਆ, ਉਸ 'ਚ ਇਹ ਵੀ ਨਹੀਂ ਆਇਆ ਵੀ ਇਹ ਫੈਬਰੀਕੇਟਡ ਨੇ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਹੁਣ ਕੋਈ ਚੀਜ਼ ਏਦਾਂ ਦੀ ਰਹਿ ਗਈ ਹੈ। ਦੇਖੋ ਉੱਥੇ ਫਿਰ ਸਵਾਲ ਇਹ ਆਊਗਾ ਰੰਧਾਵਾ ਸਾਹਿਬ ਕਿ ਇਹ ਜਿਹੜਾ ਕ੍ਰਿਤ ਹੈ ਉਹ ਨੈਤਿਕ ਹੈ ਕਿ ਅਨੈਤਿਕ ਹੈ, ਜਾਂ ਉਹ ਕਰ ਸਕਦਾ ਕਿ ਨਹੀਂ ਕਰ ਸਕਦਾ। ਉਹ ਇੰਡੀਵਿਜੂਅਲ ਮਾਮਲਾ, ਕਿਸੇ ਦਾ ਵੀ ਇੰਡੀਵਿਜੂਅਲ ਮਾਮਲਾ। ਮੈਂ ਇੰਡੀਵਿਜੂਅਲ ਮਾਮਲੇ 'ਚ ਨਹੀਂ ਜਾਣਾ ਚਾਹੁੰਦਾ। ਕੋਈ ਕਿਸੇ ਨਾਲ ਕਿਸੇ ਤਰ੍ਹਾਂ ਦੇ ਰਿਲੇਸ਼ਨ ਰੱਖੇ, ਇਹਦਾ ਮੇਰੇ ਨਾਲ ਕੋਈ ਸਰੋਕਾਰ ਨਹੀਂ। ਪਰ ਮੇਰਾ ਸਰੋਕਾਰ ਸਿਰਫ ਇਹ ਹੈ ਕਿ ਇੱਕ ਬੰਦਾ ਕੈਬਨਿਟ ਦੇ ਵਿੱਚ ਜਿਹੜਾ ਬੰਦਾ ਬੈਠਾ ਹੈ ਕੀ ਉਹ ਇਸ ਤਰ੍ਹਾਂ ਦੇ ਕ੍ਰਿਤ ਕਰ ਸਕਦਾ ਹੈ ਕਿ ਨਹੀਂ। ਅਗਰ ਨਹੀਂ ਕਰ ਸਕਦਾ ਤਾਂ ਕੀ ਨੈਤਿਕਤਾ ਬਣਦੀ ਹੈ ਚੀਫ ਮਿਨਿਸਟਰ ਦੀ ਕਿ ਉਹਨੂੰ ਨੈਤਿਕਤਾ ਦੇ ਆਧਾਰ ਤੇ ਹਟਾਇਆ ਜਾਏ ਔਰ ਉਹਦੀ ਜਗ੍ਹਾ ਤੇ ਕੋਈ ਹੋਰ ਲਗਾਇਆ ਜਾਏ। ਸੋ ਸਵਾਲ ਇਹ ਨੇ, ਅਸੀਂ ਜਦੋਂ ਇਹ ਗੱਲ ਹੁਣ ਕਰਾਂਗੇ, ਜੇ ਕੋਈ ਵੀ ਮੰਨ ਲਓ ਅੱਜ ਸਰਕਾਰ ਇਹ ਗੱਲ ਕਹੇ ਜਾਂ ਕੋਈ ਉਹਨਾਂ ਦਾ ਨੁਮਾਇੰਦਾ ਇਹ ਗੱਲ ਕਹੇ ਕਿ ਗਵਰਨਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸਾਨੂੰ ਮਤਲਬ ਸਲਾਹ ਦੇ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਤਾਂ ਇਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਸਲਾਹ ਦੇਣ ਤੋਂ ਪਹਿਲਾਂ ਹੀ ਉਸ ਤੇ ਐਕਟ ਕਰ ਦੇਣਾ ਚਾਹੀਦਾ ਸੀ, ਜੋ ਮੈਨੂੰ ਲੱਗਦਾ ਕਿ ਚੀਫ ਮਿਨਿਸਟਰ ਨੇ ਬਹੁਤ ਲੇਟ ਕਰਤਾ ਹੈ। ਔਰ ਡੇ ਬਾਈ ਡੇ ਇਹ ਮੈਨੂੰ ਲੱਗਦਾ ਕਿ ਹੋਰ ਥਾਂ ਦੇਤੀ ਹੈ ਓਪੋਜੀਸ਼ਨ ਪਾਰਟੀਆਂ ਨੂੰ ਵੀ ਔਰ ਆਮ ਲੋਕਾਂ ਨੂੰ ਵੀ ਇਸ ਤੇ ਗੱਲ ਕਰਨ ਦੀ ਵੀ ਤੁਸੀਂ ਨੈਤਿਕਤਾ ਦੇ ਆਧਾਰ ਤੇ ਕੰਮ ਠੀਕ ਨਹੀਂ ਕਰ ਰਹੇ। ਸਵਾਲ ਇਹ ਨਹੀਂ ਕਿ ਇਹ ਸ਼ਿਕਾਇਤ ਕਿਹਨੇ ਕੀਤੀ ਆ, ਉਹ ਸੁਖਪਾਲ ਖਹਿਰੇ ਨੇ ਕੀਤੀ ਆ ਜਾਂ ਉਹ ਮਨਜਿੰਦਰ ਸਿਰਸੇ ਨੇ ਕੀਤੀ ਆ। ਸਵਾਲ ਇਹ ਵੀ ਨਹੀਂ ਕਿ ਇਹਦੇ ਉੱਤੇ ਵਿਰੋਧੀ ਕਿੰਨੀ ਤਿੱਖੀ ਸੁਰ ਦੇ ਵਿੱਚ ਮੰਗ ਕਰ ਰਹੇ ਨੇ। ਸਵਾਲ ਇਹ ਵੀ ਨਹੀਂ ਕਿ ਤੁਸੀਂ ਵਿਰੋਧੀਆਂ ਦੀ ਮੰਗ ਅੱਗੇ ਗੋਡੇ ਟੇਕਦੇ ਆ। ਸਵਾਲ ਇਸ ਗੱਲ ਦਾ ਵੀ ਨਹੀਂ ਕਿ ਇੱਕ ਗਵਰਨਰ ਜਿਹੜਾ ਉਹਦਾ ਅਖਤਿਆਰ ਕੀ ਆ, ਗਵਰਨਰ ਕਾਉਂਸਲ ਆਫ ਮਿਨਿਸਟਰਸ ਦੀ ਏਡ ਤੇ ਐਡਵਾਈਸ ਤੇ ਕੰਮ ਕਰਦਾ, ਮੰਨ ਲਿਆ, ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੱਕ ਨੇ। ਪਰ ਜਦੋਂ ਤੁਸੀਂ ਵਿਅਕਤੀਗਤ ਤੌਰ ਤੇ ਕਿਸੇ ਕਲਚਰ ਦੇ ਨਜ਼ਰੀਏ ਤੋਂ, ਕਿਸੇ ਅਖਲਾਕ ਦੇ ਨਜ਼ਰੀਏ ਤੋਂ ਤੁਸੀਂ ਫੈਸਲੇ ਨਹੀਂ ਲੈਂਦੇ, ਤੁਸੀਂ ਵੀ ਪ੍ਰਸ਼ਨਾਂ ਦੇ ਘੇਰੇ 'ਚ ਆ ਜਾਂਦੇ ਹੋ। ਕਿ ਜਿਵੇਂ ਇੰਦਰਪ੍ਰੀਤ ਜੀ ਨੇ ਗੱਲ ਕੀਤੀ ਕਿ ਕੀ ਕੋਈ ਪਬਲਿਕ ਡੀਲਿੰਗ ਤੋਂ ਬਿਨਾਂ ਵਾਲਾ ਮਹਿਕਮਾ ਨਹੀਂ ਦੇ ਸਕਦੇ ਸੀ ਤੁਸੀਂ? ਜੇ ਘੱਟੋ ਘੱਟ ਸੰਸਦੀ ਮਾਮਲਿਆਂ ਦਾ ਮੰਤਰਾਲਾ ਦੇ ਦਿੰਦੇ, MLAs ਨਾਲ ਡੀਲ ਕਰਨਾ, ਵਿਧਾਨ ਸਭਾ ਦੇ ਮਸਲਿਆਂ ਨਾਲ, ਵਿਰੋਧੀ ਪਾਰਟੀਆਂ ਨਾਲ। ਤੁਸੀਂ ਪਬਲਿਕ ਇੰਟਰਸਟ ਵਾਲਾ, ਪਬਲਿਕ ਡੀਲਿੰਗ ਵਾਲਾ ਮੀਟਿੰਗਾਂ ਦੇ ਵਿੱਚ ਬੈਠ ਕੇ ਅਧਿਕਾਰੀਆਂ ਨਾਲ, ਕਰਮਚਾਰੀਆਂ ਨਾਲ, ਇਹਨੂੰ ਥੋੜੀ ਦੇਰ ਲਈ ਬੜਾ ਔਖਾ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ ਫੇਸ ਕਰਨਾ। ਭਾਸਕਰ ਸਾਹਿਬ ਤੋਂ ਇੱਕ ਛੋਟੀ ਜਿਹੀ ਟਿੱਪਣੀ ਲਵਾਂਗੇ। ਭਾਸਕਰ ਸਾਹਿਬ, ਖਬਰਾਂ ਦਾ ਅੰਬਾਰ ਲੱਗਿਆ ਪਿਆ, ਪਰ ਗਵਰਨਰ ਨੇ ਇਹ ਮਾਮਲਾ ਉਠਾ ਕੇ ਸਰਕਾਰ ਲਈ ਬਹੁਤ ਵੱਡਾ ਸਵਾਲ ਖੜਾ ਕਰਤਾ। ਜੇ ਸਰਕਾਰ ਢੀਠਤਾ ਹੀ ਵਿਖਾਉਂਦੀ ਆ ਤੇ ਪੰਜਾਬ ਦੇ ਲੋਕ ਇਹਨੂੰ ਸਿਰਫ ਤੇ ਸਿਰਫ ਮਹਿਜ ਐਵੇਂ ਫੋਕੀ ਆਕੜ ਔਰ ਬਿਨਾਂ ਮਤਲਬ ਦਾ ਇਹ ਇੱਕ ਅੜਬਪੁਣਾ ਸਮਝਣਗੇ, ਇਸ ਤੋਂ ਵੱਧ ਕੁਝ ਨਹੀਂ। ਸਰਕਾਰ ਦਾ ਮਜ਼ਾਕ ਉੜ ਰਿਹਾ, ਸਰਕਾਰ ਦੀ ਪਰਸੈਪਸ਼ਨ ਖਰਾਬ ਹੋ ਰਹੀ ਹੈ। ਸਰਕਾਰ ਦਾ ਜਿਹੜਾ ਸਟੈਂਡ ਕਿ ਕਟਾਰੂ ਚੱਕ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਵਾਂਗੇ। ਪਿਛਲੇ ਦਿਨਾਂ ਦੇ ਵਿੱਚ ਜਦ ਕੈਬਨਿਟ ਐਕਸਪੈਂਸ਼ਨ ਹੋਈ, ਇਹ ਮੰਨਿਆ ਜਾ ਰਿਹਾ ਸੀ ਡ੍ਰੌਪ ਹੋਣ ਵਾਲਾ ਮੰਤਰੀ ਕਟਾਰੂ ਚੱਕ ਹੀ ਹੋਏਗਾ, ਪਰ ਉਹਨਾਂ ਨੇ ਸ਼ਾਮ ਤੱਕ ਸਾਫ਼ ਕਰਤਾ ਇੰਦਰਬੀਰ ਸਿੰਘ ਨਿੱਜਰ ਉਹਨਾਂ ਦਾ। ਪਰ ਇਸ ਮੁੱਦੇ ਦੇ ਉੱਤੇ ਸਰਕਾਰ ਦਾ ਜਿਹੜਾ ਰਵੱਈਆ ਉਹਦੀ ਪਰਸੈਪਸ਼ਨ ਨੂੰ ਆਮ ਲੋਕਾਂ ਦੇ ਵਿੱਚ ਖਰਾਬ ਕਰ ਰਿਹਾ ਹੈ। ਪਰਸੈਪਸ਼ਨ ਦੇ ਬੇਸ ਤੇ ਚੜ ਕੇ ਇਹ ਸਰਕਾਰ ਬਣੀ ਹੈ। ਜੇ ਉਸ ਪਰਸੈਪਸ਼ਨ ਦਾ ਖਿਆਲ ਹੀ ਨਾ ਰੱਖੇ, ਉਸ ਪਰਸੈਪਸ਼ਨ ਨੂੰ ਇਗਨੋਰ ਕਰੇ, ਸਿੱਟ ਬਣਾ ਕੇ, ਜਿਹੜੀ ਸਿੱਟ ਵੀ ਬਣੀ ਹੈ ਉਹ ਬੂਹੇ ਬਾਰੀਆਂ ਖੋਲ ਕੇ ਉਹ ਕੇਸ਼ਵ ਦੀ ਵੇਟ ਕਰ ਰਹੀ ਹੈ ਵੀ ਕੇਸ਼ਵ ਸਾਡੇ ਕੋਲ ਆਏਗਾ। ਉਹ ਕੇਸ਼ਵ ਜਿਹੜਾ ਪਹਿਲੇ ਵੀ ਆਪਣੀ ਇੱਕ ਲੈਟਰ ਭੇਜ ਕੇ ਇਹ ਗੱਲ ਕਹਿ ਚੁੱਕਿਆ ਕਿ ਮੈਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਲੈ ਲਓ, ਮੈਨੂੰ ਜਾਨ ਦਾ ਖਤਰਾ ਹੈ ਮੰਤਰੀ ਤੇ ਮੰਤਰੀ ਦੇ ਸਾਥੀਆਂ ਤੋਂ। ਪਰ ਇਸ ਮੁੱਦੇ ਦੇ ਉੱਤੇ ਇਹ ਮੁੱਦਾ ਹੁਣ ਨੈਤਿਕਤਾ ਦਾ ਮੁੱਦਾ ਜ਼ਿਆਦਾ ਹੈਗਾ ਔਰ ਲੀਗਲ ਕਾਨੂੰਨੀ ਤੌਰ ਤੇ ਕਟਾਰੂ ਚੱਕ ਉਹਨਾਂ ਦੋਸ਼ੀ ਹੈਗੇ ਆ ਜਾਂ ਨਹੀਂ ਹੈਗੇ,
ਇਹ ਗੱਲ ਤੇ ਬਾਅਦ ਦੀ ਹੈਗੀ ਹੈ, ਪਰ ਇੱਥੇ ਸਰਕਾਰ ਫੇਲ ਨਜ਼ਰ ਆਉਂਦੀ। ਇੱਥੇ ਸਰਕਾਰ ਕਾਫੀ ਫਸੀ ਹੋਈ ਨਜ਼ਰ ਆਉਂਦੀ ਹੈ, ਕਿਉਂਕਿ ਉਹਨਾਂ ਨੇ ਸਮੇਂ ਸਿਰ ਐਕਟ ਨਹੀਂ ਕੀਤਾ। ਜਿਸ ਦਿਨ ਇਹ ਸ਼ਿਕਾਇਤ ਆਈ ਸੀ, ਮੇਰਾ ਖਿਆਲ ਸਰਕਾਰ ਆਪਣੇ ਹੋਰ ਸਾਫ਼ ਤੇ ਵਧੀਆ ਚਿਹਰੇ ਨਾਲ ਸਾਹਮਣੇ ਜਾਂਦੀ ਜੇ ਉਹਨਾਂ ਕੋਲੋਂ ਅਸਤੀਫਾ ਲੈ ਲਿਆ ਜਾਂਦਾ ਔਰ ਜਾਂਚ ਦਾ ਇੰਤਜ਼ਾਰ ਕਰਨ ਲਈ ਕਹਿਤਾ ਜਾਂਦਾ। ਮੈਂ ਭਾਸਕਰ ਸਾਹਿਬ ਖਬਰ ਤੁਹਾਡੇ ਕੋਲ ਲੈ ਆਉਣਾ ਹੈ ਕਿ ਜਦੋਂ ਗਵਰਨਰਸ ਦਾ ਅਸੀਂ ਦਖਲ ਜ਼ਿਕਰ ਕਰਦੇ ਹਾਂ, ਗਵਰਨਰਸ ਦੇ ਦਖਲ ਦਾ ਅਸੀਂ ਮਾਮਲਾ ਉਠਾਉਂਦੇ ਹਾਂ ਕਿ ਚੁਣੀਆਂ ਸਰਕਾਰਾਂ ਦੇ ਵਿੱਚ ਇਹ ਟ੍ਰੈਂਡ ਹੀ ਬਣ ਗਿਆ ਕਿ ਗਵਰਨਰ ਪਰੇਸ਼ਾਨੀਆਂ ਖੜੀਆਂ ਕਰਦੇ ਆ। ਹੁਣ ਇਸੇ ਮਾਮਲੇ ਨੂੰ ਪੱਛਮੀ ਬੰਗਾਲ ਜੇ ਲੈ ਚਲੀਏ ਤੇ ਪੱਛਮੀ ਬੰਗਾਲ ਦੇ ਗਵਰਨਰ ਨੇ ਉੱਥੇ ਦੇ ਯੂਨੀਵਰਸਿਟੀਜ਼ ਦੇ ਵਿੱਚ 11 ਯੂਨੀਵਰਸਿਟੀਜ਼ ਦੇ ਵਿੱਚ RGVC ਲਾਤਿਆ, ਇੰਟਰਮ VC ਵਜੋਂ ਨਿਯੁਕਤੀਆਂ ਕਰਤੀਆਂ, ਜਿੱਥੇ ਉਹਨਾਂ ਦਾ ਪੰਗਾ ਉੱਥੋਂ ਦੀ ਚੁਣੀ ਹੋਈ ਸਰਕਾਰ ਨਾਲ ਫਸ ਗਿਆ। ਮਮਤਾ ਬੈਨਰਜੀ ਦੀ ਗਵਰਨਮੈਂਟ ਦੇ ਵਿੱਚ ਸਿੱਖਿਆ ਮੰਤਰੀ ਸਾਫ਼ ਕਰ ਰਹੇ ਨੇ ਕਿ ਤੁਸੀਂ ਬਿਲਕੁਲ ਕਿਸੇ ਵੀ ਪੱਧਰ ਤੇ ਹਾਜ਼ਰ ਨਾ ਹੋ ਜਿਓ, ਜੁਆਇਨ ਨਾ ਕਰਿਓ, ਅਸੀਂ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਾਂ, ਇਹ ਸਾਰੀਆਂ ਗੈਰ ਕਾਨੂੰਨੀ ਨਿਯੁਕਤੀਆਂ ਨੇ। ਸੋ ਇਹ ਜਿਹੜੇ ਦਖਲ ਨੇ ਇਹ ਵੀ ਚੁਭਦੇ ਰਹਿੰਦੇ ਨੇ। ਹਾਲਾਂਕਿ ਮੈਂ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਇੰਦਰਪ੍ਰੀਤ ਜੀ ਕੋਲ ਲੈ ਕੇ ਜਾਣਾ। ਭਾਸਕਰ ਸਾਹਿਬ ਇਹ ਬੰਗਾਲ ਵਾਲਾ ਮਾਮਲਾ ਐਡਰੈਸ ਕਰ ਦਿਓ। ਜਿੱਥੇ ਤੱਕ ਗਵਰਨਰਾਂ ਦੀ ਗੱਲ ਹੈਗੀ ਹੈ ਤੇ ਘੱਟ ਤੋਂ ਘੱਟ 7 ਇਦਾਂ ਦੇ ਸੂਬੇ ਹੈਗੇ ਨੇ ਜਿਹਦੇ ਵਿੱਚ ਗਵਰਨਰ ਤੇ ਇਲੈਕਟਿਡ ਗਵਰਨਮੈਂਟ ਦਾ ਇੱਕ ਰਫੜ ਪਿਆ ਹੋਇਆ, ਔਰ ਕਈ ਵਾਰ ਤਮਿਲਨਾਡੂ ਤੋਂ ਲੈ ਕੇ ਕੇਰਲਾ ਤੋਂ ਵੈਸਟ ਬੰਗਾਲ ਤੋਂ ਤੇਲੰਗਾਨਾ ਤੋਂ ਪੰਜਾਬ, ਯਾਨੀ 7 ਉਦਾਂ ਦੇ ਸੂਬੇ ਹੈਗੇ ਨੇ ਜਿਹਦੇ ਵਿੱਚ ਗਵਰਨਰ ਸਾਹਿਬ ਤੇ ਇਲੈਕਟਿਡ ਮੁੱਖ ਮੰਤਰੀ ਦਾ ਟਕਰਾਵ ਹੈਗਾ। ਹੁਣ ਗੱਲ ਵੈਸਟ ਬੰਗਾਲ ਦੀ ਕਰੀਏ, ਉੱਥੇ ਕੱਲ ਵੈਸਟ ਬੰਗਾਲ ਦੇ ਗਵਰਨਰ ਆਨੰਦਾ ਬੋਸ ਉਹਨਾਂ ਨੇ ਇੱਕ ਆਰਡਰ ਕੱਢਤਾ 7 ਵਾਈਸ ਚਾਂਸਲਰ ਯੂਨੀਵਰਸਿਟੀ ਦੇ ਲਾਤੇ ਇੰਟਰੀਮ ਤੌਰ ਤੇ, ਔਰ ਉਸ ਤੋਂ ਬਾਅਦ ਐਕਟਿਵ ਹੋਏ ਉੱਥੇ ਦੇ ਐਜੂਕੇਸ਼ਨ ਮਿਨਿਸਟਰ ਸਿੱਖਿਆ ਮੰਤਰੀ ਬਰਾਤਿਆ ਬਾਸੂ। ਉਹਨਾਂ ਨੇ ਖਾਸ ਤੌਰ ਤੇ ਉਹ 7 ਅਪਾਇੰਟਡ VC ਜਿਹੜੇ ਕੱਲ ਕੀਤੇ ਨੇ ਉਹਨਾਂ ਨੂੰ ਇੱਕ ਅਪੀਲ ਕੀਤੀ ਕਿ ਜੁਆਇਨ ਨਾ ਕਰਨਾ, ਕਿਉਂਕਿ ਇਹ ਜਿਹੜੇ ਅਪਾਇੰਟਮੈਂਟ ਹੈਗੇ ਆ ਉਹ ਇਲੀਗਲ ਹੈਗੇ ਨੇ, ਕਿਉਂਕਿ ਗਵਰਨਰ ਸਾਹਿਬ ਨੇ ਸੂਬੇ ਦੀ ਸਰਕਾਰ ਦੇ ਨਾਲ ਕਿਸੇ ਵੀ ਤਰੀਕੇ ਦੀ ਕੰਸਲਟੇਸ਼ਨ ਨਹੀਂ ਕੀਤੀ, ਜਿਹੜਾ ਕਾਨੂੰਨੀ ਤੌਰ ਤੇ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਤੇ ਇਸ ਕਰਕੇ ਇਹ ਗੈਰ ਕਾਨੂੰਨੀ ਨਿਯੁਕਤੀਆਂ ਨੂੰ ਅਸੀਂ ਕਾਨੂੰਨੀ ਤੌਰ ਤੇ ਅਦਾਲਤ ਦੇ ਵਿੱਚ ਚੈਲੰਜ ਕਰਨ ਵਾਲੇ ਆ ਤੇ ਇਹ ਚੀਜ਼ ਨਹੀਂ ਕੀਤੀ ਜਾਣੀ ਚਾਹੀਦੀ। ਹਾਲਾਂਕਿ ਗਵਰਨਰ ਸਾਹਿਬ ਦੇ ਵੀ ਸ਼ਾਮ ਤੋਂ ਇੱਕ ਪ੍ਰੈਸ ਨੋਟ ਜਾਂ ਇੱਕ ਬਿਆਨ ਜ਼ਰੂਰ ਆਇਆ ਕਿ ਹੁਣ ਅੱਗੇ ਤੋਂ ਜਿੰਨੇ ਵੀ ਵਾਈਸ ਚਾਂਸਲਰ ਹੋਣਗੇ ਉਹਦੇ ਵਿੱਚ ਸਰਕਾਰ ਨੂੰ ਕੰਸਲਟ ਕੀਤਾ ਜਾਏਗਾ। ਪਰ ਇਸ ਗੱਲ ਦਾ ਜਵਾਬ ਦੇਣ ਦੇ ਵਿੱਚ ਗਵਰਨਰ ਸਾਹਿਬ ਵੀ ਫੇਲ ਹੋਏ ਕਿ ਇਹ 7 ਅਪਾਇੰਟਮੈਂਟ ਦੇ ਵਿੱਚ ਸਰਕਾਰ ਨੂੰ ਕੰਸਲਟ ਕਿਉਂ ਨਹੀਂ ਕੀਤਾ ਗਿਆ। ਇਹ ਲੜਾਈ ਹੁਣ ਕੋਰਟਾਂ ਤੱਕ ਪਹੁੰਚ ਜਾਏਗੀ, ਔਰ ਅੱਗੇ ਵੀ ਬਹੁਤ ਸਾਰੀ ਵਿਧਾਨ ਸਭਾ ਦੇ ਵਿੱਚ ਜਿਨ੍ਹਾਂ 7 ਸਟੇਟਾਂ ਦਾ ਜ਼ਿਕਰ ਅਸੀਂ ਕਰਕੇ ਹਟੇ ਆ, ਰੈਜ਼ੋਲੂਸ਼ਨ ਪਾਸ ਹੋ ਚੁੱਕੇ ਨੇ ਅਸੈਂਬਲੀ ਦੇ ਵਿੱਚ, ਤੇ ਕਈ ਕੇਰਲਾ ਨੇ ਤੇ ਜਾਂ ਤਮਿਲਨਾਡੂ ਨੇ ਤੇ ਇੱਥੇ ਤੱਕ ਵੀ ਕਹਿਤਾ ਕਿ ਵੀ ਚਾਂਸਲਰ ਦੀ ਪੋਸਟ ਤੋਂ ਗਵਰਨਰ ਸਾਹਿਬ ਨੂੰ ਹਟਾਇਆ ਜਾਣ। ਇਸ ਮੁੱਦੇ ਦੇ ਉੱਤੇ ਵੀ ਰੈਜ਼ੋਲੂਸ਼ਨ ਪਾ ਕੇ ਅਸੈਂਬਲੀ ਦੇ ਵਿੱਚ ਕਈ ਸਰਕਾਰਾਂ ਅੱਗੇ ਵਧ ਰਹੀਆਂ। ਬਿਲਕੁਲ, ਔਰ ਇਹ ਕੇਰਲਾ ਹੋਵੇ, ਤਮਿਲਨਾਡੂ ਹੋਵੇ, ਪੱਛਮੀ ਬੰਗਾਲ ਹੋਵੇ, ਔਰ ਇਹ ਸਾਰੇ LG ਨਾਲ ਪੰਗਾ ਤਾਂ ਇੱਥੇ ਪਿਆ ਹੀ ਹੋਇਆ। ਉਹਨਾਂ ਨੇ ਕੱਲ ਕੋਈ ਕਾਨੂੰਨੀ ਮਸ਼ੀਰਾਂ ਦੀ ਨਿਯੁਕਤੀ ਦਿੱਲੀ 'ਚ ਕੀਤੀ ਆ, ਕੇਜਰੀਵਾਲ ਦੀ ਸਰਕਾਰ ਉਹਦੇ ਖਿਲਾਫ ਕੋਰਟ ਜਾਣ ਨੂੰ ਫਿਰਦੀ ਆ। ਇੰਦਰਪ੍ਰੀਤ ਜੀ, ਆਪਣੇ ਗਵਰਨਰ ਸਾਹਿਬ ਵੀ 7 ਤੇ 8 ਨੂੰ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਜਾ ਰਹੇ ਨੇ। ਕੱਲ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ, ਜਿਹਦੇ ਵਿੱਚ ਮੁੱਖ ਮੰਤਰੀ, ਅੰਦਰ ਤਾਂ ਕੁਝ ਸ਼ਾਇਦ ਹੋਰ ਹੋਇਆ, ਬਾਹਰ ਆ ਕੇ ਉਹਨਾਂ ਨੇ ਬਹੁਤ ਸਖਤ ਰੁਖ ਅਪਣਾਇਆ ਕਿ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ, ਅਸੀਂ ਹਰਿਆਣੇ ਦੀ ਪਾਰਟਿਸਿਪੇਸ਼ਨ ਜਾਂ ਉਹਦੀ ਇਹਦੇ ਵਿੱਚ ਸ਼ਮੂਲੀਅਤ ਨੂੰ ਬਹੁਤਾ ਵਧੀਆ ਨਹੀਂ ਮੰਨਦੇ, ਅਸੀਂ ਸਟ੍ਰਿਕਟਲੀ ਆਪਣੇ ਹਿੱਤਾਂ ਦੀ ਰਾਖੀ ਕਰਾਂਗੇ। ਹਾਲਾਂਕਿ ਇਹ ਮਾਮਲਾ ਇਹਦਾ ਇੰਟਰਸਟੇਟ ਕਾਰਪੋਰੇਟ ਬਾਡੀ ਹੋਣ ਦਾ ਵੀ ਹੈ, ਲੇਕਿਨ ਪੰਜਾਬ ਚਾਹੁੰਦਾ ਹੈ ਕਿ ਇਹ ਨਰੋਲ ਪੰਜਾਬ ਦੀ ਯੂਨੀਵਰਸਿਟੀ ਆ, ਇਹਦੇ ਵਿੱਚ VC ਵੀ ਪੰਜਾਬ ਦਾ ਲੱਗੇ ਹਮੇਸ਼ਾ, ਔਰ ਇਹਦੇ ਚਾਂਸਲਰ ਵੀ ਗਵਰਨਰ ਪੰਜਾਬ ਹੁਣ, ਨਾ ਕਿ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਹੁਣ ਜਸਪ੍ਰੀਤ ਤਲਵਾਰ ਜਿਹੜੇ ਮਹਿਕਮੇ ਦੇ ਪ੍ਰਿੰਸੀਪਲ ਸੈਕਟਰੀ ਕੱਲ ਜਿਹੜੇ ਹਾਜ਼ਰ ਨਹੀਂ ਸੀ, ਇਸ ਕਰਕੇ ਸ਼ਾਇਦ ਮੁੱਖ ਮੰਤਰੀ ਸਾਹਿਬ ਦੀ ਵੀ ਤਿਆਰੀ ਕਰਾਉਣੀ ਜਾਂ ਮੁੱਖ ਮੰਤਰੀ ਸਾਹਿਬ ਦੀ ਤਿਆਰੀ ਵੀ ਅਧੂਰੀ ਹੋਊਗੀ। 5 ਦੀ ਮੀਟਿੰਗ 'ਚ ਗਹਿ-ਗਸ ਬਹਿਸ ਹੋਣ ਦੀ ਸੰਭਾਵਨਾ, ਕੁਝ ਇੱਕ ਐਕਸਪਰਟ ਵੀ ਸੱਦ ਲਏ। ਉਸ ਤੋਂ ਪਹਿਲਾਂ ਯੂਨੀਵਰਸਿਟੀਆਂ ਦੇ VCs ਨੂੰ ਵੀ ਸੱਦਾ ਦਿੱਤਾ ਗਿਆ, 1-2 ਨੂੰ, ਜਿਨ੍ਹਾਂ ਨਾਲ ਬੈਠ ਕੇ ਨਿੱਠ ਕੇ ਵਿਚਾਰ ਕੀਤੀ ਜਾਣੀ ਆ। ਸੋ ਇੱਕ ਤਾਂ ਇਹ ਵੀ ਮਾਮਲਾ ਐਡਰੈਸ ਕਰ ਦਿਓ, ਗਵਰਨਰਸ ਦੇ ਮਾਮਲੇ ਥੋੜੇ ਵੱਡੇ ਹੋ ਰਹੇ ਆ, ਉਹਨਾਂ ਦਾ ਦਖਲ ਵੱਧ ਰਿਹਾ, ਔਰ ਦਖਲ ਵੀ ਕਈ ਵਾਰੀ ਚੁਣੀਆਂ ਸਰਕਾਰਾਂ ਨੂੰ ਪੰਗੇ 'ਚ ਵੀ ਪਾ ਦਿੰਦਾ। ਰੰਧਾਵਾ ਸਾਹਿਬ, ਜਿਹੜੀ ਇੱਕ ਮਿੰਟ ਹੀ ਲਊਂਗਾ, ਜਿਹੜਾ ਭਾਸਕਰ ਸਾਹਿਬ ਨੇ ਇਸ਼ੂ ਛੜਿਆ ਸੀਗਾ ਇੱਕ ਪਹਿਲਾਂ ਵੈਸਟ ਬੰਗਾਲ ਦਾ, ਉਹਦੇ ਵਿੱਚ ਵੀ ਸੇਮ ਹੀ ਹੈ ਕਿ ਹਾਲਾਂਕਿ ਇਹ ਸਪਸ਼ਟ ਨਹੀਂ ਹੈਗਾ ਕਿ ਉਹ ਬਿੱਲ ਪਾਸ ਹੋ ਗਿਆ ਕਿ ਨਹੀਂ, ਅਦਰਵਾਈਜ਼ ਲੇਕਿਨ ਇਹ 13 ਜੂਨ 2022 ਨੂੰ ਇਹ ਬਿੱਲ ਪਾਸ ਹੋ ਗਿਆ ਸੀਗਾ ਕਿ ਜਿਹੜਾ ਵਾਈਸ ਚਾਂਸਲਰ ਹੋਏਗਾ ਉਹ ਗਵਰਨਰ ਦੀ ਬਜਾਏ ਮੁੱਖ ਮੰਤਰੀ ਹੋਏਗਾ।
ਜਿਹੜੀਆਂ ਸਟੇਟ ਯੂਨੀਵਰਸਿਟੀਆਂ ਹੈਗੀਆਂ ਨੇ। ਹੁਣ ਉਹ ਬਿੱਲ ਨੂੰ ਗਵਰਨਰ ਨੇ ਮੋਹਰ ਲਗਾਤੀ ਹੈ ਕਿ ਨਹੀਂ ਲਗਾਈ, ਇਹਦੇ ਬਾਰੇ ਹਜੇ ਤੱਕ ਕੋਈ ਖਬਰਾਂ ਉੱਥੋਂ ਵੈਸਟ ਬੰਗਾਲ ਤੋਂ ਨਹੀਂ ਆ ਰਹੀਆਂ। ਸੋ ਇਹ ਇਸ਼ੂ ਤਾਂ ਹਜੇ ਉੱਥੇ ਹੀ ਖੜਾ ਹੈ। ਬਿੱਲ ਤਾਂ ਪਾਸ ਹੋ ਚੁੱਕਿਆ ਹੈ ਵਿਧਾਨ ਸਭਾ ਦੇ ਵਿੱਚ। ਮੈਂ ਸਵੇਰੇ ਇਹ ਚੈੱਕ ਕਰ ਰਿਹਾ ਸੀਗਾ ਕਿ ਬਿੱਲ ਦੇ ਵਿੱਚ ਸੀਗਾ, ਉਹਨਾਂ ਨੇ ਉਹ ਤਰ੍ਹਾਂ ਚੰਗੀ ਬਹਿਸ ਵੀ ਹੋਈ ਸੀ, ਤਾਂ ਉਹਨਾਂ ਨੇ ਕਿਹਾ ਵੀ ਇਹ ਕਿਉਂ ਕੀਤਾ। ਉਹਨਾਂ ਨੇ ਕਿਹਾ ਵੀ ਜੇ ਸੈਂਟਰਲ ਯੂਨੀਵਰਸਿਟੀ ਦਾ ਜਿਹੜੀ ਸੈਂਟਰਲ ਯੂਨੀਵਰਸਿਟੀ ਵਿਸ਼ਵ ਭਾਰਤੀ ਹੈਗੀ ਆ, ਉਹਦਾ ਪ੍ਰਧਾਨ ਮੰਤਰੀ ਹੋ ਸਕਦਾ ਹੈ ਚਾਂਸਲਰ, ਤਾਂ ਇਹਦਾ ਮੁੱਖ ਮੰਤਰੀ ਕਿਉਂ ਨਹੀਂ ਹੋ ਸਕਦਾ। ਇਹ ਬਹਿਸ ਦੇ ਇਸ਼ੂ ਹੈਗੇ ਹੀ ਨੇ। ਜਿੱਥੇ ਵੀ ਸੱਤਾ ਮਤਲਬ ਦੂਸਰੇ ਦੇ ਹੱਥਾਂ 'ਚ ਚਲੀ ਜਾਂਦੀ ਹੈ, ਸੈਂਟਰ ਗਵਰਨਮੈਂਟ ਦੀ ਬਜਾਏ ਦੂਜੀ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਾਂ ਕੋਈ ਹੋਰ ਓਪੋਨੈਂਟ ਪਾਰਟੀ ਨੇ ਉਹਨਾਂ ਚਲੀ ਜਾਂਦੀ ਹੈ, ਤਾਂ ਇਸ ਤਰ੍ਹਾਂ ਦੇ ਇਸ਼ੂਜ਼ ਆਉਂਦੇ ਹੀ ਨੇ, ਕਿਉਂਕਿ ਸੈਂਟਰ ਗਵਰਨਮੈਂਟ ਜਿਹੜੀ ਹੈ ਗਵਰਨਰ ਦੇ ਥਰੂ ਸਟੇਟਾਂ 'ਚ ਵੀ ਰਾਜ ਕਰਦੀ ਹੁੰਦੀ ਹੈ। ਤੀਸਰੀ ਗੱਲ ਜਿਹੜੀ ਤੁਸੀਂ ਕੱਲ ਵਾਲੀ ਇੱਥੇ ਗੱਲ ਕੀਤੀ ਮੁੱਖ ਮੰਤਰੀਆਂ ਦੀ ਦੋਨਾਂ ਦੀ, ਉਹਦੇ ਵਿੱਚ ਮੇਰਾ ਸਿਰਫ ਇੱਕ ਰੈਜ਼ਰਵੇਸ਼ਨ ਇਹ ਸੀਗਾ ਕਿ ਇਹ ਮੀਟਿੰਗ ਗਵਰਨਰ ਸਾਹਿਬ ਨੇ ਕਿਉਂ ਬੁਲਾਈ ਹੋਈ ਹੈ, ਕਿਉਂਕਿ ਜਿਹੜੀ ਇਹ ਵਾਲੀ ਪੰਜਾਬ ਯੂਨੀਵਰਸਿਟੀ ਹੈਗੀ ਹੈ, ਇਹਦੇ ਚਾਂਸਲਰ ਤਾਂ ਉਪ ਰਾਸ਼ਟਰਪਤੀ ਨੇ। ਕੀ ਉਪ ਰਾਸ਼ਟਰਪਤੀ ਨੇ ਆਪਣੀ ਪਾਵਰ ਡੈਲੀਗੇਟ ਕੀਤੀ ਹੈ ਗਵਰਨਰ ਸਾਹਿਬ ਨੂੰ, ਇਸ ਕਰਕੇ ਉਹਨਾਂ ਨੇ ਮੀਟਿੰਗ ਬੁਲਾਈ ਹੈ ਦੋਨੋਂ ਚੀਫ ਮਿਨਿਸਟਰ ਦੀ। ਦੂਜਾ ਇਹ ਕਿ ਜਦੋਂ ਇਹਨਾਂ ਨੇ ਆਪਣਾ ਉਹ ਲੈ ਹੀ ਲਿਆ ਸਾਰਾ, ਆਪਣੇ ਸਾਰੇ ਕਾਲਜ ਡਿਸਐਫੀਲੀਏਟ ਕਰਤੇ, ਪਿਛਲੇ 33-34 ਸਾਲ ਤੋਂ ਕੋਈ ਗ੍ਰਾਂਟ ਨਹੀਂ ਇਸ ਯੂਨੀਵਰਸਿਟੀ ਨੂੰ ਦਿੱਤੀ, ਤਾਂ ਹੁਣ ਪੰਜਾਬ ਦੇ ਗਵਰਨਰ ਨੇ ਕਿਸ ਹੈਸੀਅਤ ਨਾਲ ਹਰਿਆਣਾ ਦੇ ਚੀਫ ਮਿਨਿਸਟਰ ਨੂੰ ਇੱਥੇ ਬੁਲਾਇਆ। ਇਸ ਤਰ੍ਹਾਂ ਦੇ ਸਵਾਲ ਵੀ ਹੈਗੇ ਹੀ ਨੇ। ਸੋ ਚਲੋ ਇਹ ਇੱਕ ਅਲੱਗ ਹੈ ਇਸ਼ੂ ਹੈ ਬਹਿਸ ਦਾ, ਪਰ ਦੂਜੇ ਦੇ ਨਾਲ ਨਾਲ ਇਹ ਵੀ ਹੈਗਾ ਕਿ ਜਿਹੜੀ ਤਿਆਰੀ ਦੀ ਗੱਲ ਹੈ ਵੀ ਪੰਜਾਬ ਦਾ ਕੀ ਰਾਈਟ ਹੈ ਔਰ ਉਸ ਤੇ ਚਾਂਸਲਰ ਹੋਣੇ ਚਾਹੀਦੇ ਨੇ, ਪੰਜਾਬ ਦੇ ਹੋਣੇ ਚਾਹੀਦੇ ਕਿ ਨਹੀਂ। ਤੇ ਜਦੋਂ ਚੀਫ ਮਿਨਿਸਟਰ ਇਹ ਸਵਾਲ ਰੱਖਦੇ ਹੈ ਕਿ ਪੰਜਾਬ ਦਾ ਗਵਰਨਰ ਇਹਦਾ ਉਹ ਹੋਣਾ ਚਾਹੀਦਾ, ਪੰਜਾਬ ਦੇ ਹੀ ਵਾਈਸ ਚਾਂਸਲਰ ਰੱਖਣੇ ਚਾਹੀਦੇ ਨੇ, ਤਾਂ ਇਸ ਤਰ੍ਹਾਂ ਦੇ ਸਵਾਲ ਤਾਂ ਫਿਰ ਕਈ ਵਾਰੀ ਇਸ ਤਰ੍ਹਾਂ ਦੇ ਵੀ ਆ ਜਾਂਦੇ ਆ ਕਿ ਜਿਹੜੇ ਸਾਡੇ ਕਮਿਸ਼ਨ ਹੈਗੇ ਨੇ ਬਹੁਤ ਸਾਰੇ, ਉਹਨਾਂ 'ਚ ਵੀ ਪੰਜਾਬ ਦੇ ਲੋਕ ਹੀ ਰੱਖਣੇ ਚਾਹੀਦੇ ਸੀਗੇ, ਉਹ ਦਿੱਲੀ ਤੋਂ ਕਿਉਂ ਲੱਗ ਰਹੇ ਨੇ। ਇਹ ਸਵਾਲ ਵੀ ਉਹਦੇ ਪੈਰਲਰ ਹੀ ਫਿਰ ਉੱਠਦੇ ਆ ਤੇ ਉਹਦੇ ਜਵਾਬ ਵੀ ਫਿਰ ਉਸੇ ਤਰ੍ਹਾਂ ਹੀ ਦੇਣੇ ਬਣਨਗੇ। ਤੀਜੀ ਗੱਲ ਜਿਹੜੀ ਹੈ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਆਪਣੇ ਉਸ ਤੇ ਗੱਲ ਕਰਦੀ ਹੈ ਕਿ ਸਾਨੂੰ ਬਹੁਤ ਨੁਕਸਾਨ ਹੁੰਦਾ, ਵਿੱਤੀ ਨੁਕਸਾਨ ਹੋ ਰਿਹਾ, ਤੇ ਉਹ ਜਿਹੜਾ ਪੰਜਾਬ ਆਪਣਾ ਪੂਰਾ ਹਿੱਸਾ ਹੈ ਉਹ ਦੇ ਨਹੀਂ ਰਿਹਾ, ਜਿਹਦੇ ਕਰਕੇ ਸਾਨੂੰ ਯੂਨੀਵਰਸਿਟੀ ਚਲਾਉਣੀ ਔਖੀ ਹੋ ਰਹੀ ਹੈ। ਤੁਸੀਂ ਗੱਲ ਕਰ ਰਹੇ ਸੀਗੇ ਕਿ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਨਾਨ ਟੀਚਿੰਗ ਸਟਾਫ ਹੈ ਉਹ ਟੀਚਿੰਗ ਸਟਾਫ ਨਾਲੋਂ ਕਿਤੇ ਜ਼ਿਆਦਾ ਹੈ, ਜਦਕਿ ਉਹ ਨਾਰਮਸ ਮੇਰੇ ਖਿਆਲ 1.10 ਹੁੰਦਾ, ਤੇ ਜੇ ਇੰਨੇ ਜ਼ਿਆਦਾ ਉਹ ਨੇ ਤਾਂ ਉਹਦਾ ਆਡਿਟ ਕੌਣ ਕਰੇਗਾ, ਕਿਸ ਤੋਂ ਆਡਿਟ ਕਰਾਇਆ ਜਾਏ। ਇਹ ਵੀ ਸਵਾਲ ਕਈ ਨੇ। ਮੈਨੂੰ ਲੱਗਦਾ ਕਿ ਅਗਰ ਕੋਈ ਇਸ ਤਰ੍ਹਾਂ ਦੀ ਬਹਿਸ ਛਿੜੀ ਹੈ ਔਰ ਚਰਚਾ ਹੋਏਗੀ ਚੀਫ ਮਿਨਿਸਟਰਾਂ ਦੇ ਵਿੱਚ ਵੀ, ਜਿੱਥੇ ਵਾਈਸ ਚਾਂਸਲਰ ਵੀ ਬੈਠਣਗੇ ਔਰ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਬੈਠਣਗੇ, ਤਾਂ ਮੈਨੂੰ ਲੱਗਦਾ ਕਿ ਚਰਚਾ 'ਚ ਇਹ ਸਵਾਲ ਵੀ ਜ਼ਰੂਰ ਆਣੇ ਚਾਹੀਦੇ ਨੇ ਕਿ ਇੰਨਾ ਘਾਟਾ ਇਸ ਯੂਨੀਵਰਸਿਟੀ ਨੂੰ ਕਿਉਂ ਪੈ ਰਿਹਾ, ਕਿਉਂਕਿ ਸੇਮ ਹੀ ਜਿਹੜਾ ਹੈਗਾ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਵੀ ਇਹੀ ਉੱਠਿਆ ਸੀਗਾ। ਪੰਜਾਬੀ ਯੂਨੀਵਰਸਿਟੀ ਦਾ ਜਦੋਂ ਆਡਿਟ ਸਾਹਮਣੇ ਆਇਆ ਸੀ ਉਦੋਂ ਵੀ ਇਹ ਸਵਾਲ ਬਹੁਤ ਸਾਰੇ ਆਏ ਸੀ। ਇੱਕ ਮੀਟਿੰਗ ਜਦੋਂ ਫਾਈਨਾਂਸ ਮਿਨਿਸਟਰ ਜਿਹੜੇ ਹੈਗੇ ਨੇ ਸਾਡੇ ਹਰਪਾਲ ਚੀਮਾ, ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰਸ ਨਾਲ ਕੀਤੀ ਸੀ, ਤਾਂ ਇਹ ਆਏ ਸੀ ਕਿ ਉੱਥੇ ਵੀ ਤੈਅ ਜਿਹੜੀਆਂ ਪੋਸਟਾਂ ਨੇ, ਜਿੰਨੀਆਂ ਮਨਜ਼ੂਰਸ਼ੁਦਾ ਪੋਸਟਾਂ ਹੁੰਦੀਆਂ ਨੇ, ਉਸ ਤੋਂ ਕਿਤੇ ਜ਼ਿਆਦਾ ਨਾਨ ਟੀਚਿੰਗ ਸਟਾਫ ਰੱਖ ਲਿਆ ਜਾਂਦਾ ਹੈ, ਕਿਉਂਕਿ ਉਹ ਸਟਾਫ ਸਿੱਧਾ ਦਾ ਸਿੱਧਾ ਵਾਈਸ ਚਾਂਸਲਰ ਨੇ ਰੱਖਣਾ ਹੁੰਦਾ। ਵਾਈਸ ਚਾਂਸਲਰ ਕੋਲ ਬਹੁਤ ਪਾਵਰ ਹੁੰਦੀ ਹੈ ਕਿਸੇ ਵੀ ਯੂਨੀਵਰਸਿਟੀ ਕੋਲੇ, ਉਹ ਪ੍ਰੋਫੈਸਰ ਤੱਕ ਸਿੱਧੇ ਭਰਤੀ ਕਰ ਸਕਦੇ ਹੁੰਦੇ ਆ। ਸੋ ਠੀਕ ਹੈ, ਜੇ ਪਾਵਰਸ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਉਸ ਪਾਵਰਸ ਦਾ ਉਨਾ ਕੀ ਇਸਤੇਮਾਲ ਕਰਨਾ ਚਾਹੀਦਾ ਹੈ ਜਿੰਨੀ ਕੁ ਤੁਹਾਡੀ ਵਿੱਤੀ ਸਥਿਤੀ ਅਲਾਓ ਕਰਦੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਤੁਹਾਨੂੰ ਪਾਵਰਸ ਐਬਸੋਲੂਟ ਪਾਵਰ ਦਿੱਤੀ ਹੋਈ ਹੈ ਤਾਂ ਆਪਾਂ ਉਸ ਯੂਨੀਵਰਸਿਟੀਆਂ ਨੂੰ ਘਾਟੇ ਦੇ ਵਿੱਚ ਭੇਜ ਦਈਏ, ਸਿਰਫ ਆਪਣੇ ਪੋਲੀਟੀਕਲ ਬੌਸਸ ਨੂੰ ਜਿਹੜਾ ਆਪਾਂ ਖੁਸ਼ ਕਰਨਾ ਹੁੰਦਾ ਉਸ ਤਰ੍ਹਾਂ ਇਸ ਦੇ ਤਰੀਕੇ ਅਪਣਾਏ ਜਾਣ। ਸੋ ਇਸ ਯੂਨੀਵਰਸਿਟੀ ਦੇ ਵੀ ਉੱਤੇ ਇਹ ਸਵਾਲ ਉੱਠਣਗੇ, ਕਿਉਂਕਿ ਇਹ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਹੈਗੀ ਹੈ ਇਹ ਇੰਟਰ ਸਟੇਟ ਯੂਨੀਵਰਸਿਟੀ ਹੈ। ਇਹਦੇ ਵਿੱਚ ਹਰਿਆਣਾ ਵੀ ਕਲੇਮ ਕਰਦਾ ਕਿ ਉਹਦਾ 40% ਹਿੱਸਾ ਹੈ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਆਡਿਟਸ ਨੇ ਉਹ ਰਹਿ ਜਾਂਦੇ ਨੇ, ਤਾਂ ਵਾਈਸ ਚਾਂਸਲਰ ਫਿਰ ਬਹੁਤ ਜ਼ਿਆਦਾ ਆਪਣੀਆਂ ਮਨਮਾਨੀਆਂ ਕਰਦੇ ਨੇ। ਪਿਛਲੇ ਵਾਈਸ ਚਾਂਸਲਰ ਦੇ ਉੱਤੇ ਬਹੁਤ ਸਾਰੇ ਐਲੀਗੇਸ਼ਨ ਲੱਗੇ ਨੇ, ਔਰ ਮੈਨੂੰ ਲੱਗਦਾ ਕਿ ਇਹ ਕੋਈ ਵੀ ਇਸ ਤਰ੍ਹਾਂ ਦਾ ਵਿਅਕਤੀ ਜ਼ਰੂਰ ਹੋਣਾ ਚਾਹੀਦਾ ਜਿਹੜਾ ਇਹਦੇ ਆਡਿਟਸ ਦਾ ਵੀ ਇੱਕ ਉਹ ਬਣਾਏ ਕਿ ਯੂਨੀਵਰਸਿਟੀਆਂ ਘਾਟੇ 'ਚ ਆਖਿਰ ਚਲੀਆਂ ਕਿਵੇਂ ਗਈਆਂ ਨੇ, ਜਦੋਂ ਕਿ 15-15 ਹਜ਼ਾਰ ਸਟੂਡੈਂਟ ਹੋਣ ਦੇ ਬਾਵਜੂਦ ਫੀਸਾਂ ਵੀ ਹੁਣ ਕੋਈ ਇਸ ਯੂਨੀਵਰਸਿਟੀਆਂ 'ਚ ਕੋਈ ਘੱਟ ਨਹੀਂ ਹੈਗੀਆਂ, ਫਿਰ ਵੀ ਇਹ ਯੂਨੀਵਰਸਿਟੀਆਂ ਘਾਟੇ 'ਚ ਕਿਉਂ ਨੇ?
ਦੇਖੋ ਵਿਦਿਨ ਯੂਨੀਵਰਸਿਟੀ ਵੀ ਕੋਈ ਨਿਯਮ ਹੋਣਗੇ, ਵੀਸੀ ਨਿਯੁਕਤੀਆਂ ਸਿੱਧੀਆਂ ਨਹੀਂ ਕਰ ਸਕਦੇ ਹੋਣਗੇ, ਸਿੰਡੀਕੇਟ ਔਰ ਸੈਨੇਟ ਦੇ ਕਈ ਅਖਤਿਆਰਾਤ ਨੇ, ਕੋਈ ਨਾ ਕੋਈ ਨਿਯਮ ਤਾਂ ਬਣਾਏ ਹੁੰਦੇ ਹੋਣਗੇ, ਪਰ ਨੋ ਡਾਊਟ ਨਿਯੁਕਤੀਆਂ ਬੇਸ਼ੁਮਾਰ ਹੋਈਆਂ। ਔਰ ਜਿਸ ਤਰੀਕੇ ਨਾਲ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਦੇਖਦੇ ਹਾਂ, ਇਹਨੂੰ ਹਰ ਸਾਲ ਲਗਭਗ ਹੁਣ 290 ਕਰੋੜ ਦੇ ਆਸ-ਪਾਸ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੋਂ ਵੀ ਆ ਰਹੇ ਨੇ, ਪਰ ਇਹਨੂੰ ਪੰਜਾਬ ਸਰਕਾਰ ਵੀ ਪੈਸੇ ਦੇ ਰਹੀ। ਹੁਣ ਸਵਾਲ ਕੁਝ ਸਿੱਖਿਆ ਸ਼ਾਸਤਰੀ ਇਹ ਵੀ ਉਠਾਉਂਦੇ ਆ ਕਿ ਪੰਜਾਬ ਯੂਨੀਵਰਸਿਟੀ ਦੇ ਉੱਤੇ ਦਾਅਵੇ ਨੂੰ ਧਿਆਨ 'ਚ ਰੱਖਦਿਆਂ ਇਹ ਸਾਰਾ ਕੁਝ ਬਾਕੀ ਯੂਨੀਵਰਸਿਟੀਆਂ ਦੀ ਕੀਮਤ ਤੇ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣੀਆਂ ਜਿਹੜੀਆਂ 2-3 ਹੋਰ ਤੁਹਾਡੀਆਂ ਯੂਨੀਵਰਸਿਟੀਆਂ ਉਹਨਾਂ ਨੂੰ ਦਰਕਨਾਰ ਕਰਕੇ ਸਿਰਫ ਹੱਕ ਰੱਖਣ ਲਈ ਤੁਸੀਂ ਪੈਸੇ ਗ੍ਰਾਂਟ ਦੇ ਰੂਪ 'ਚ ਉਸ ਯੂਨੀਵਰਸਿਟੀ ਨੂੰ ਇੰਨੇ ਦਿੰਦੇ ਜਾਓ। ਤੁਸੀਂ ਵਿੱਤੀ ਬੇਨਿਯਮੀਆਂ ਦੀ ਗੱਲ ਕੀਤੀ ਆ, ਨੋ ਡਾਊਟ ਕਈ ਵਾਰੀ ਤੁਸੀਂ ਇਸ ਰੇਸ਼ੋ ਨੂੰ ਇੰਨਾ ਉਲੰਘ ਜਾਂਦੇ ਹੋ। ਮੋਟੇ ਤੌਰ ਤੇ ਇੱਕ ਅੰਕੜਾ ਆ ਰਿਹਾ ਸੀ ਕਿ 1000 ਤੋਂ ਘੱਟ ਟੀਚਿੰਗ ਸਟਾਫ ਹੈ, 900 ਦੇ ਆਸ-ਪਾਸ, ਥੋੜਾ ਉੱਪਰ ਨੀਚੇ ਹੋ ਸਕਦਾ ਹੈ, ਲੇਕਿਨ ਉਹਦੀ ਬਨਿਸਬਤ ਜਿਹੜਾ 4000 ਦੇ ਆਸ-ਪਾਸ ਨਾਨ ਟੀਚਿੰਗ ਹੈ, ਜਿਹਦੀ ਰੇਸ਼ੋ ਤੁਸੀਂ ਜਿਵੇਂ ਜ਼ਿਕਰ ਕੀਤਾ ਹੈ, ਇੱਕ ਵੱਡੇ ਯੂਨੀਵਰਸਿਟੀਜ਼ ਦੇ ਜਾਣਕਾਰ ਨੇ ਇਹ ਦੱਸਿਆ ਸੀਗਾ ਕਿ 1.1 ਆਮ ਤੌਰ ਤੇ ਇਹ ਰੇਸ਼ੋ ਹੁੰਦੀ ਆ ਵੀ ਜੇ 1000 ਤੁਹਾਡੇ ਲਗਭਗ ਟੀਚਿੰਗ ਦੇ ਨੇ ਤੇ 1100-1200 ਹੋ ਸਕਦੇ ਆ, ਫਿਰ 4-4000 ਕਿਉਂ ਨੇ? ਇਹ ਬੋਝ ਕੌਣ? ਫਿਰ ਆਡਿਟ ਕਰਾਉਣ ਵੇਲੇ ਪਿੱਛੇ ਇੱਕ ਆਡਿਟ ਦੀ ਗੱਲ ਚੱਲੀ ਸੀ, ਕਹਿੰਦੇ ਅੱਗ ਲੱਗ ਗਈ ਜੀ, ਉਸ ਤੋਂ ਪਹਿਲਾਂ ਜਿਸ ਦਿਨ ਆਡਿਟ ਹੋਣਾ ਸੀ ਇੱਕ ਦਿਨ ਪਹਿਲਾਂ ਉੱਥੇ ਅੱਗ ਲੱਗ ਗਈ, ਆਡਿਟ ਵਿੱਚ ਹੀ ਚਲੇ ਗਿਆ। ਆਖਿਰ ਬਹੁਤ ਸਾਰੇ ਅਦਾਲਤੀ ਕੇਸਾਂ ਦੇ ਵਿੱਚੋਂ ਰਾਹਤਾਂ ਮਿਲ ਜਾਂਦੀ। ਖੈਰ ਮੈਂ ਹੁਣ ਇਹਦੇ ਤੇ ਬਹੁਤਾ ਲੰਬਾ ਚੌੜਾ ਨਹੀਂ ਕਰਨਾ ਚਾਹੁੰਦਾ, ਪੰਜਾਬ ਸਰਕਾਰ ਤਿਆਰੀ ਕਰ ਰਹੀ ਆ, ਬਹੁਤੀ ਵਾਰੀ ਤਿਆਰੀਆਂ ਵਿੱਚ ਧਰੀਆਂ ਰਹੇ। ਭਾਸਕਰ ਸਾਹਿਬ ਬਹੁਤ ਕਾਲੀ ਚ ਵੱਡੀਆਂ ਖਬਰਾਂ ਰਹਿ ਗਈਆਂ। ਬੜਾ ਛੋਟਾ ਜਿਹਾ ਕਮੈਂਟ ਹੈਗਾ ਹੈ ਕਿ ਕੱਲ ਜੋ ਕੁਝ ਗਵਰਨਰ ਸਾਹਿਬ ਦੀ ਮੀਟਿੰਗ ਦੇ ਵਿੱਚ ਖੱਬੇ ਸੱਜੇ ਜਿਹੜੇ ਦੋਨੋਂ ਸੂਬਿਆਂ ਦੇ ਮੁਖੀ, ਖਾਸ ਕਰਕੇ ਮੁੱਖ ਮੰਤਰੀ ਬੈਠੇ ਸੀਗੇ, ਉਹਦੇ ਵਿੱਚ ਗੱਲਾਂ ਇਹ ਨਿਕਲੀਆਂ, ਹਜੇ ਮੀਟਿੰਗ ਖਤਮ ਹੀ ਨਹੀਂ ਹੋਈ ਸੀ ਔਰ ਭਗਵੰਤ ਮਾਨ ਉਹਨਾਂ ਆਪਣੇ ਉਹ ਚੇਨਈ ਵਾਲੇ ਹੈਲੀਕਾਪਟਰ ਵੱਲ ਗਏ ਵੀ ਨਹੀਂ ਸੀ। ਇੱਕ ਖਬਰ ਫੈਲ ਗਈ ਕਿ ਬੜੇ ਵਧੀਆ ਤਰੀਕੇ ਨਾਲ, ਬੜੇ ਵਧੀਆ ਮਾਹੌਲ ਨਾਲ ਮੀਟਿੰਗ ਹੋਈ ਹੈ ਔਰ ਹਰਿਆਣਾ ਨੇ ਮੰਗ ਕੀਤੀ ਕਿ ਹਰਿਆਣਾ ਦੇ ਕਾਲਜਿਸ ਨੂੰ ਵੀ ਐਫੀਲੀਏਟ ਕੀਤਾ ਜਾਏ ਤੇ ਮੁੱਖ ਮੰਤਰੀ ਦਾ ਬੜਾ ਇੱਕ ਪੋਜ਼ਿਟਿਵ ਐਟੀਟਿਊਡ ਸੀਗਾ। ਹੁਣ ਭਗਵੰਤ ਮਾਨ ਉਹਨਾਂ ਨੂੰ ਲੱਗਿਆ ਵੀ ਇਹ ਪੋਜ਼ਿਟਿਵ ਵਾਲੀ ਗੱਲ ਕਿੱਥੋਂ ਆ ਗਈ। ਬਾਅਦ ਚ ਉਹਨਾਂ ਨੂੰ ਇੱਕ ਸਟੇਟਮੈਂਟ ਛੱਡਣੀ ਪਈ ਕਿ ਪੰਜਾਬ ਕਦੀ ਵੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਸਾਡਾ ਹੱਕ ਹੈ ਉਹਦੇ ਨਾਲ ਕਿਸੇ ਵੀ ਤਰੀਕੇ ਦਾ ਵਿਤਕਰਾ ਹੋਇਆ ਤੇ ਉਹਨੂੰ ਐਕਸੈਪਟ ਨਹੀਂ ਕਰੇਗੀ। ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਉਸ ਵਿਸ਼ੇ ਦੀ ਤੁਹਾਨੂੰ ਨੌਲੇਜ ਨਾ ਹੋਏ ਤੇ ਤੁਸੀਂ ਉਸ ਮੀਟਿੰਗ ਦੇ ਵਿੱਚ ਕੁਝ ਖਾਸਾ ਬੋਲ ਨਾ ਪਾਓ ਤੇ ਬਾਅਦ ਚੋਂ ਤੁਹਾਨੂੰ ਪਤਾ ਲੱਗਦਾ ਹੈ ਵੀ ਇਹ ਮੈਂ ਕਰ ਕੀ ਆਇਆ। ਇਹ ਗਵਰਨਰ ਸਾਹਿਬ ਵੀ ਖੁਸ਼ ਨੇ ਕਿ ਵੀ ਭਗਵੰਤ ਮਾਨ ਜੀ ਬੜੇ ਵਧੀਆ ਨੇ, ਪੋਜ਼ਿਟਿਵ ਐਟੀਟਿਊਡ ਸੀਗਾ ਔਰ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਸਟੇਟਮੈਂਟ ਛੱਡਤੀ ਵੀ ਬੜੇ ਪੋਜ਼ਿਟਿਵ ਮਾਹੌਲ ਦੇ ਵਿੱਚ ਸਾਰੀ ਗੱਲ ਹੋਈ। ਬਾਅਦ ਚੋਂ ਹਲਕੀ ਜਿਹੀ ਨੈਗੇਟਿਵਿਟੀ ਉਹ ਹੈਲੀਪੈਡ ਦੇ ਜਾਂਦੇ ਜਾਂਦੇ ਪਾ ਗਏ ਕਿ ਵੀ ਨਹੀਂ, ਪੰਜਾਬ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦੇ ਉੱਤੇ ਆਪਣੇ ਹੱਕ ਤੋਂ ਕੰਪਰੋਮਾਈਜ਼ ਨਹੀਂ ਕਰੇ। ਬਿਲਕੁਲ। ਔਰ ਅਸੀਂ 3-4 ਵੱਡੀਆਂ ਖਬਰਾਂ ਤੇ ਜਾਣਾ ਹੈ, ਨੈਸ਼ਨਲ ਲੈਵਲ ਦੀਆਂ, ਬਹੁਤ ਕਾਲੀ ਚ ਨਿਪਟਾਵਾਂਗੇ। ਨੈਸ਼ਨਲ ਪੱਧਰ ਦੇ ਉੱਤੇ ਕਾਂਗਰਸ 12 ਵਾਲੇ ਪਟਨਾ ਸਾਹਿਬ ਦੀ ਜਿਹੜੀ ਇਕੱਠ ਹੈ ਉਹਦੇ ਚ ਸ਼ਾਮਲ ਹੋਊਗਾ, ਇਹ ਖਬਰ ਲੈਣੀ ਆ। ਇਹ ਵੀ ਖਬਰ ਲੈਣੀ ਆ ਕਿ ਕਿਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਰਾਜਨੀਤੀ ਬਦਲ ਰਹੀ ਆ। ਆਪਾਂ ਖਬਰ ਇਹ ਵੀ ਲੈਣੀ ਆ ਸਟੇਟ ਨਾਲ ਜੁੜੀ ਕਿ ਰਾਜਜੀਤ ਸਿੰਘ ਨੇ ਆਪਣੀ ਬਰਖਾਸਤਗੀ ਦੇ ਖਿਲਾਫ ਨੌਕ ਕੀਤਾ ਹਾਈ ਕੋਰਟ ਦੇ ਵਿੱਚ। ਸਿੱਧੂ ਦੀ ਸਿਕਿਉਰਿਟੀ ਤੇ ਫੈਸਲਾ ਫਸਿਆ ਹੋਇਆ, ਹਾਲਾਂਕਿ ਫੈਸਲਾ ਆ ਚੁੱਕਿਆ। ਬਰਜਿੰਦਰ ਸਿੰਘ ਹਮਦਰਦ ਨਾਲ ਜੁੜੇ ਮਾਮਲੇ ਨੂੰ ਐਡਰੈਸ ਕਰਨਾ ਹੈ, ਪਰ ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਸਿਸੋਦੀਆ ਦੇ ਮਾਮਲੇ ਤੇ ਹਾਈ ਕੋਰਟ ਜਦੋਂ ਕਲੀਅਰ ਕੱਟ ਪੁੱਛਦਾ ਹੈ ਕਿ ਜੇਕਰ ਤੁਹਾਡੀ ਪਾਲਿਸੀ ਐਕਸਾਈਜ਼ ਨਾਲ ਜੁੜੀ ਇੰਨੀ ਬਿਹਤਰ ਸੀ, ਉਹਨਾਂ ਦੇ ਵਕੀਲ ਨੂੰ ਪੁੱਛਦਾ ਹੈ ਫਿਰ ਇਹਨੂੰ ਸਕ੍ਰੈਪ ਕਿਉਂ ਕੀਤਾ, ਇਹਨੂੰ ਵਾਪਸ ਕਿਉਂ ਲਿਆ? ਜੇ ਇੰਨੀ ਬਿਹਤਰ ਪਾਲਿਸੀ ਸੀ ਤਾਂ ਇਹਦੇ ਉੱਤੇ ਪੈਰ ਪਛਾਂ ਕਿਉਂ ਖਿੱਚੇ ਤੇ ਜਵਾਬ ਦੇਣੇ ਪੈਣੇ ਆ। ਜਦੋਂ ਗੱਲ ਫਸ ਜਾਂਦੀ ਫਿਰ ਫਸ ਜਾਂਦੀ ਆ। ਇਹ ਕਾਫੀ ਔਖਾ ਭਾਰਾ ਮਾਮਲਾ ਹੋ ਗਿਆ ਸੁਪਰੀਮੋ ਲਈ, ਕੀ ਕਹਿੰਦੇ? ਜਿਹੜਾ ਸਵਾਲ ਬੀਜੇਪੀ ਦੇ ਆਗੂ ਪ੍ਰੈਸ ਕਾਨਫਰੰਸ ਕਰਕੇ ਪੁੱਛਦੇ ਸੀਗੇ ਕਿ ਕਿਉਂ ਆਖਿਰ ਉਹ ਗੁੱਡ ਪਾਲਿਸੀ ਸਕ੍ਰੈਪ ਕੀਤੀ, ਉਹੀ ਕੱਲ ਹਾਈ ਕੋਰਟ ਨੇ ਵੀ ਇਹ ਸਵਾਲ ਪੁੱਛ ਲਿਆ ਸਿਸੋਦੀਆ ਉਹਨਾਂ ਦੇ ਵਕੀਲ ਤੋਂ, ਕਿਉਂਕਿ ਇਹ ਜਿਹੜੀ ਪਾਲਿਸੀ ਸੀ ਐਕਸਾਈਜ਼ ਪਾਲਿਸੀ ਜਿਹੜੀ ਹੁਣ ਕੰਟਰੋਵਰਸ਼ਲ ਬਣੀ ਹੋਈ ਹੈ, ਇਹ ਇੰਪਲੀਮੈਂਟ ਹੋਈ ਸੀ 27 ਨਵੰਬਰ 2021 ਨੂੰ ਤੇ ਸੈਪਟੈਂਬਰ 2022 ਨੂੰ ਇਹ ਵਿਡਰਾ ਵੀ ਹੋ ਗਈ। ਔਰ ਉਸ ਟਾਈਮ ਰੀਜ਼ਨ ਜਿਹੜੇ ਦਿੱਤੇ ਗਏ ਸੀ, ਕਹਿੰਦੇ ਸੀਗੇ ਵੀ ਐਮਸੀਡੀ ਦੇ ਵਿੱਚ ਕਿਉਂਕਿ ਬੀਜੇਪੀ ਦੀ ਸਰਕਾਰ ਸੀਗੀ ਤੇ ਉਹ ਐਮਸੀਡੀ ਦੇ ਏਰੀਆ ਦੇ ਵਿੱਚ, ਜਿਹਨੂੰ ਨਾਨ ਪਰਫਾਰਮਿੰਗ ਏਰੀਆ ਵੀ ਕਹਿੰਦੇ ਆ, ਉੱਥੇ ਉਹ ਠੇਕੇ ਨਹੀਂ ਖੁੱਲਣ ਦੇ ਰਹੇ ਸੀ ਤੇ ਇਸ ਕਰਕੇ ਜਿਨ੍ਹਾਂ ਨੂੰ ਠੇਕੇ ਅਲਾਟ ਕੀਤੇ ਗਏ ਸੀ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੀ। ਤੇ ਬਾਅਦ ਚੋਂ ਜਦ ਵੀਕੇ ਸਕਸੈਨਾ ਗਵਰਨਰ ਸਾਹਿਬ ਨੇ ਸੀਬੀਆਈ ਨੂੰ ਰਿਕਮੈਂਡ ਕਰਤੀ ਇਹਦੀ ਇਨਵੈਸਟੀਗੇਸ਼ਨ ਤੇ ਫਿਰ ਹੌਲ ਤੇ ਪੈਣੇ ਸ਼ੁਰੂ ਹੋ ਗਏ ਸੀਗੇ ਤੇ ਇਹ ਵਿਡਰਾ ਕਰ ਲਿੱਤੀ ਗਈ ਸੀ। ਪਰ ਇਸ ਮੁੱਦੇ ਦੇ ਉੱਤੇ ਸਟੀਕ ਜਵਾਬ ਅਗਲੀ ਹੀਅਰਿੰਗ ਦੇ ਵਿੱਚ ਹਾਈ ਕੋਰਟ ਨੇ ਮੰਗ ਲਿਆ
ਕਿ ਵਕੀਲ ਸਾਹਿਬ ਸਿਸੋਦੀਆ ਸਾਹਿਬ ਤੋਂ ਇਹ ਡਿਟੇਲ ਦੇ ਵਿੱਚ ਔਰ ਸਪੈਸੀਫਿਕ ਆਨਸਰ ਮੈਨੂੰ ਲੈ ਕੇ ਦਿਓ ਕਿ ਵੀ ਇਹ ਪਾਲਿਸੀ ਚੰਗੀ ਸੀਗੀ, ਔਰ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਦੇ ਵਿੱਚ ਸੇਮ ਪਾਲਿਸੀ ਇੰਪਲੀਮੈਂਟ ਕੀਤੀ ਹੈ, ਫਿਰ ਉਹ ਵਿਡਰਾ ਦਿੱਲੀ ਦੇ ਵਿੱਚੋਂ ਕਿਉਂ ਕੀਤੀ? ਇਹੀ ਸਵਾਲ ਹੈ ਕਿ ਪੰਜਾਬ ਦੇ ਵਿੱਚ ਵੀ ਪਹਿਲੇ ਸਾਲ ਤੇ ਦੂਜੇ ਸਾਲ ਦੀ ਪਾਲਿਸੀ 'ਚ ਕੀ ਕੋਈ ਅੰਤਰ ਹੈ? ਅਜੇ ਇਹ ਨਜ਼ਰ ਪੰਜਾਬ ਵੱਲ ਨਹੀਂ ਆਈ, ਲੇਕਿਨ ਜਿਸ ਤਰੀਕੇ ਨਾਲ ਆਰਡੀਨੈਂਸ ਦੇ ਉੱਤੇ ਵਿਰੋਧ ਹੋ ਰਿਹਾ, ਜਿਸ ਤਰੀਕੇ ਨਾਲ ਕੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ Z+ ਸਿਕਿਉਰਿਟੀ ਤੋਂ ਨਾ ਕੀਤੀ ਗਈ ਹੈ, ਜਿਸ ਤਰੀਕੇ ਨਾਲ ਉਹ ਕੇਂਦਰ ਦੇ ਖਿਲਾਫ ਹਮਲਾਵਰ ਹੋ ਰਹੇ ਆ, ਵੱਡੀ ਗੱਲ ਨਹੀਂ ਕਿ ਇਹਦਾ ਵਿਸਥਾਰ ਕਰਕੇ ਇਹਦੇ ਘੇਰੇ 'ਚ ਦੀ ਜੱਦ 'ਚ ਪੰਜਾਬ ਵੀ ਲੈਂਦਾ ਜਾਵੇ। ਇੰਦਰਪ੍ਰੀਤ ਜੀ, ਇੱਕ ਹਲਕੀ ਜੀ ਇੱਥੇ ਟਿੱਪਣੀ, ਬਹੁਤ ਛੋਟੀ, ਪਰ ਨਾਲ ਨੈਸ਼ਨਲ ਪੋਲਿਟਿਕਸ ਨਾਲ ਹੀ ਐਡਰੈਸ ਕਰ ਲਈਏ। ਸ਼ਰਦ ਪਵਾਰ ਏਕਨਾਥ ਸ਼ਿੰਦੇ ਨੂੰ ਮਿਲ ਰਹੇ, ਇਹਦੇ ਕੀ ਅਰਥ ਆ? ਇਹਦੇ ਨਾਲ ਹੀ 12 ਤਰੀਕ ਦੀ ਪਟਨਾ ਸਾਹਿਬ ਦੀ ਰੈਲੀ 'ਚ ਕਾਂਗਰਸ ਨੇ ਸਹਿਮਤੀ ਸਿਧਾਂਤਕ ਪ੍ਰਗਟਾਤੀ ਆ, ਪਰ ਜਾਊਗਾ ਕੌਣ? ਖੜਗੇ ਜਾਂ ਰਾਹੁਲ ਗਾਂਧੀ? ਲੱਗਦਾ ਨਹੀਂ ਜਾਣਗੇ। ਇਹ ਵੀ ਸਵਾਲ ਆ। ਇਹ ਦੋ ਤਿੰਨ ਚੀਜ਼ਾਂ ਇਕੱਠੀਆਂ ਐਡਰੈਸ ਕਰ ਲਈ। ਰੰਧਾਵਾ ਸਾਹਿਬ, ਜਿਹੜੀ ਐਕਸਾਈਜ਼ ਪਾਲਿਸੀ ਦੀ ਗੱਲ ਕਰ ਰਹੇ ਸੀ, ਉਹ ਪਹਿਲਾਂ ਵੀ ਆਪਾਂ ਇਹ ਡਿਸਕਸ, ਮੈਨੂੰ ਲੱਗਦਾ ਕਿ ਸ਼ਾਇਦ ਭਾਸਕਰ ਸਾਹਿਬ ਨੇ ਵੀ ਆਪਣੇ ਇੱਕ ਪ੍ਰੋਗਰਾਮ 'ਚ ਇਹੀ ਸਵਾਲ ਉਠਾਇਆ ਸੀ ਵੀ ਜੇ ਪਾਲਿਸੀ ਸਹੀ ਹੈ ਤਾਂ ਫਿਰ ਵਿਡਰਾਅ ਕਿਉਂ ਕੀਤੀ ਹੈ। ਸ਼ਾਇਦ ਉਹਨਾਂ ਨੇ ਬੀਜੇਪੀ ਦੇ ਨੇਤਾਵਾਂ ਦੇ ਹਵਾਲੇ ਨਾਲ ਹੀ ਗੱਲ ਕੀਤੀ ਸੀ, ਮੈਨੂੰ ਯਾਦ ਹੈ ਇਸੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗੱਲ ਕੀਤੀ ਸੀਗੀ। ਸੋ ਕੱਲ ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ, ਔਰ ਠੀਕ ਵੀ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਜਸਟੀਫਾਈ ਕਰਦੇ ਹਾਂ ਔਰ ਉਸੇ ਚੀਜ਼ ਨੂੰ ਅਸੀਂ ਵਾਪਸ ਵੀ ਲੈ ਲੈਂਦੇ ਹਾਂ, ਤਾਂ ਮੈਨੂੰ ਲੱਗਦਾ ਕਿ ਇਹ ਜਸਟੀਫਿਕੇਸ਼ਨ ਵੀ ਫਿਰ ਠੀਕ ਨਹੀਂ ਬਣਦੀ ਹੈਗੀ। ਸੋ ਇਹ ਉਹਨਾਂ ਨੇ ਜਿਹੜਾ ਸਵਾਲ ਹਾਈ ਕੋਰਟ ਨੇ ਪੁੱਛਿਆ ਹੈ, ਉਹ ਬੜਾ ਵਾਜਿਬ ਸਵਾਲ ਹੈ, ਉਹਨੂੰ ਤਾਂ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਔਰ ਮੇਰਾ ਖਿਆਲ ਹੈ ਕਿ ਇਹਦਾ ਜਵਾਬ ਵੀ ਮਨੀਸ਼ ਸਿਸੋਦੀਆ ਜੋ ਮਿਨਿਸਟਰ ਵੀ ਰਹੇ ਨੇ ਇਸ ਮਹਿਕਮੇ ਦੇ, ਉਹਨਾਂ ਨੂੰ ਦੇਣਾ ਔਖਾ ਹੋਏਗਾ ਹੀ। ਦੂਜੀ ਗੱਲ, ਜਿਹੜੀ ਤੁਸੀਂ ਪਟਨਾ ਸਾਹਿਬ ਦੀ ਰੈਲੀ ਦੀ ਗੱਲ ਕੀਤੀ ਹੈਗੀ ਹੈ, ਪਟਨਾ ਦੇ ਵਿੱਚ ਦੇਖੋ ਕਾਂਗਰਸ ਦਾ ਇਹ ਕਹਿਣਾ ਕਿ ਉਹ ਜਾਏਗੀ, ਇੱਕ ਵੱਡਾ, ਮੈਨੂੰ ਲੱਗਦਾ ਹੈ ਜਿਹੜੀ ਨੈਸ਼ਨਲ ਪੋਲਿਟਿਕਸ ਹੈ ਉਹਦੇ ਵਿੱਚ ਇੱਕ ਵੱਡੀ ਚੇਂਜ ਮੈਨੂੰ ਦਿਖਾਈ ਦੇ ਰਹੀ ਹੈ। ਔਰ ਪਰ ਕੌਣ ਜਾਏਗਾ ਇਹ ਇੰਨਾ ਇੰਪੋਰਟੈਂਟ ਨਹੀਂ ਹੈ ਹਜੇ, ਕਿਉਂਕਿ ਹਜੇ ਤਾਂ ਸਭ ਤੋਂ ਇੰਪੋਰਟੈਂਟ ਜ਼ਿਆਦਾ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਕਿਹੜੀਆਂ ਕਿਹੜੀਆਂ ਇਕੱਠੀਆਂ ਹੋਣਗੀਆਂ, ਨੇਤਾ ਕਿਹੜੇ ਕਿਹੜੇ ਹੋਣਗੇ, ਉਹ ਤਾਂ ਬਾਅਦ ਚ ਵੀ ਡਿਸਾਈਡ ਹੋ ਜਾਏਗਾ। ਕਾਂਗਰਸ ਕੋਲੇ ਬਹੁਤ ਸਿਆਣੇ ਨੇਤਾ ਹੈਗੇ ਨੇ ਜਿਹੜੇ ਇਸ ਦੇ ਉੱਤੇ ਆਰਗੂਮੈਂਟਸ ਵੀ ਦੇ ਸਕਦੇ ਆ, ਸ਼ੋਰ ਨੈਗੋਸੀਏਸ਼ਨ ਵਾਲੇ ਵੀ ਹੈਗੇ ਆ। ਦੂਜਾ ਸਵਾਲ ਉੱਥੇ ਜਿਹੜਾ ਉੱਠਣਾ ਹੈ, ਉਹ ਉੱਠੇਗਾ ਇਹ ਕਿ ਕਿਸ ਦੀ ਅਗਵਾਈ ਦੇ ਵਿੱਚ ਲੜਿਆ ਜਾਣਾ ਹੈ, ਇਹ ਬਹੁਤ ਵੱਡਾ ਸਵਾਲ ਹੋਏਗਾ। ਆਪਾਂ ਪਹਿਲਾਂ ਵੀ ਇਹ ਗੱਲ ਡਿਸਕਸ ਕੀਤੀ ਸੀ ਕਿ ਰੀਜਨਲ ਪਾਰਟੀਆਂ ਨੂੰ ਸਭ ਤੋਂ ਵੱਡੀ ਇਹ ਦਿੱਕਤ ਆਏਗੀ ਕਿ ਜਿਹੜੀ ਉਹ ਕਿਸੇ ਨਾ ਕਿਸੇ ਵੱਡੀ ਨੈਸ਼ਨਲ ਪਾਰਟੀ ਨਾਲ ਐਫੀਲੀਏਟਡ ਹੈਗੀਆਂ ਹੀ ਨੇ, ਉਹਨਾਂ ਦੇ ਗਠਬੰਧਨ ਰਹੇ ਨੇ, ਤੇ ਉਹ ਵਿਦਿਨ ਸਟੇਟ ਵੀ ਕਈਆਂ ਦੇ ਆਪਸੀ ਸਿੱਧੀ ਲੜਾਈ ਹੈਗੀ ਹੈ। ਉਸ ਦੌਰ ਦੇ ਵਿੱਚ ਯਾਨੀ ਉਸ ਤਰੀਕ ਵਿੱਚ ਉਹ ਕਿਵੇਂ ਉਹਦੇ ਨਾਲ ਖੜਨਗੇ, ਇਹ ਵੀ ਇੱਕ ਵੱਡੇ ਸਵਾਲ ਹੋਣਗੇ ਜੋ ਐਡਰੈਸ ਕੀਤੇ ਜਾਣੇ ਬਣਦੇ ਨੇ। ਪਰ ਜਿਵੇਂ ਉਸ ਦਿਨ ਚਿਦੰਬਰਮ ਸਾਹਿਬ ਨੇ ਕਿਹਾ ਸੀਗਾ, ਉਹਨਾਂ ਦਾ ਆਪਾਂ ਬਿਆਨ ਵੀ ਡਿਸਕਸ ਕੀਤਾ ਸੀ ਇੱਥੇ, ਕਿ ਬਹੁਤ ਸਾਰੀਆਂ ਜਿਹੜੀਆਂ 400 ਕਰੀਬ ਦੇ ਉਹਨਾਂ ਨੇ ਤੋਂ ਜ਼ਿਆਦਾ ਸੀਟਾਂ ਉਹਨਾਂ ਨੇ ਬੋਲੀਆਂ ਸੀ ਕਿ ਇਹ ਸੀਟਾਂ ਏਦਾਂ ਦੀਆਂ ਨੇ ਜਿੱਥੇ ਤੁਹਾਨੂੰ ਇੱਕੋ ਹੀ ਉਮੀਦਵਾਰ ਦੇਣਾ ਪਊਗਾ ਬੀਜੇਪੀ ਦੇ ਖਿਲਾਫ। ਅਗਰ ਕੋਈ ਹੋਰ ਉਮੀਦਵਾਰ ਉਤਰਿਆ ਤਾਂ ਉਹਨਾਂ ਦੀ ਲੜਾਈ ਜਿਹੜੀ ਹੈਗੀ ਹੈ ਉਹ ਕਮਜ਼ੋਰ ਪੈ ਜਾਏਗੀ, ਓਪੋਜੀਸ਼ਨ ਕਮਜ਼ੋਰ ਪੈ ਜਾਏਗੀ। ਇਹ ਇਕਜੁੱਟਤਾ 400-450 ਸੀਟਾਂ ਤੇ ਤਾਂ ਘੱਟੋ ਘੱਟ ਸਾਨੂੰ ਦਿਖਾਣੀ ਹੀ ਪਏਗੀ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਇੰਪੋਰਟੈਂਟ ਹੈ ਜਿਹੜਾ ਇਹ ਕਦਮ ਉਠਾਇਆ ਕਾਂਗਰਸ ਨੇ ਕਿ ਉੱਥੇ ਜਾਣਾ ਬਣਦਾ, ਤੇ ਉੱਥੇ ਜਾ ਕੇ ਕੀ ਗੱਲਾਂ ਹੁੰਦੀਆਂ ਨੇ 12 ਤਰੀਕ ਨੂੰ ਪਤਾ ਚੱਲ ਜਾਏਗਾ। ਔਰ ਕਿਸ ਤਰ੍ਹਾਂ ਦੀ ਇਕਜੁੱਟਤਾ ਸ਼ਾਇਦ ਇੰਦਰਪ੍ਰੀਤ ਜੀ ਇਹੀ ਸਵਾਲ ਜਦੋਂ ਚਿਦੰਬਰਮ ਸਾਹਿਬ 450 ਸੀਟ ਦੀ ਗੱਲ ਕਰ ਰਹੇ ਆ, ਤੇ ਇਸੇ ਕਰਕੇ ਸ਼ਾਇਦ ਭਾਜਪਾ ਵੀ 150-160 ਸੀਟਾਂ ਉਹਨਾਂ ਦਾ ਜ਼ਿਕਰ ਕਰ ਰਹੀ ਜਿੱਥੇ ਉਹ ਕਮਜ਼ੋਰ ਹੈ, ਉੱਥੇ ਉਹ ਫੋਕਸ ਕਰ ਰਹੇ ਆ। 400 ਦੇ ਆਸ-ਪਾਸ ਸੀਟ ਐਸੀ ਆ ਜਿਹਦੇ ਉੱਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਗਹਿ ਕੱਚ ਲੜਾਈ ਦੇ ਸਕਦੇ ਆ, ਤੇ ਇਹੀ ਚਿਦੰਬਰਮ ਸਾਹਿਬ ਦਾ ਸਵਾਲ ਸੀ ਕਿ ਇਹਨਾਂ ਦੇ ਉੱਤੇ ਹੀ ਤੁਹਾਨੂੰ ਲੜਨਾ ਪਊਗਾ। ਇੱਕ ਸਵਾਲ ਮੈਂ ਤੁਹਾਡੇ ਤੋਂ ਨਾਲ ਹੀ ਲੈ ਲਾਂ ਕਿ ਜਦੋਂ 12 ਤਰੀਕ ਵਾਲੀ ਰੈਲੀ 'ਚ ਕਾਂਗਰਸ ਸ਼ਮੂਲੀਅਤ ਦਾ ਦਮ ਭਰ ਦਿੰਦੀ ਆ, ਉਸ ਵੇਲੇ ਆਰਡੀਨੈਂਸ ਦੇ ਮੁੱਦੇ ਤੇ ਕੇਜਰੀਵਾਲ ਨੂੰ ਅਜੇ ਤੱਕ ਹਾਮੀ ਨਹੀਂ ਭਰੀ। ਪੰਜਾਬ ਦੀ ਲੀਡਰਸ਼ਿਪ ਬਹੁਤ ਸਟੇਟ ਫਾਰਵਰਡ ਹੈ, ਉਹ ਕਹਿੰਦੇ ਬਿਲਕੁਲ ਸਮਰਥਨ ਨਹੀਂ ਦੇਣਾ, ਸਾਡੀ ਹਾਈ ਕਮਾਂਡ ਸਾਡੇ ਤੋਂ ਬਾਹਰ ਨਹੀਂ। ਜੇ ਨਤੀਸ਼ ਨੂੰ ਸਮਰਥਨ ਹੈ ਤੇ ਕੇਜਰੀਵਾਲ ਨੂੰ ਨਾ ਹੈ, ਇਹਦਾ ਵੀ ਕੋਈ ਅਰਥ ਹੋ ਸਕਦਾ ਕਿ ਕੇਜਰੀਵਾਲ ਨੂੰ ਵੀ ਹਾਂ ਹੋ ਜਾਊਗੀ ਜੇ ਸਿਧਾਂਤਕ ਫੈਸਲੇ ਹੋ ਰਹੇ ਤਾਂ? ਦੇਖੋ, ਮੈਂ ਪਹਿਲਾਂ ਵੀ ਆਪਣੇ ਇਸ ਪ੍ਰੋਗਰਾਮ 'ਚ ਮੈਂ ਕਹਿ ਚੁੱਕਿਆ ਕਿ ਕਾਂਗਰਸ ਨੂੰ ਇਨ ਪ੍ਰਿੰਸੀਪਲ ਕੋਈ ਫੈਸਲਾ ਲੈਣਾ ਪਊਗਾ।
ਜੇ ਕਾਂਗਰਸ ਇਹ ਫੈਸਲਾ ਲੈਂਦੀ ਹੈ ਕਿ ਉਹ ਆਰਡੀਨੈਂਸ ਦੇ ਹੱਕ ਦੇ ਵਿੱਚ ਹੈ ਤਾਂ ਕੀ ਮਤਲਬ ਇਹ ਤੈਅ ਹੋ ਹੀ ਗਿਆ ਕਿ ਕਾਂਗਰਸ ਨੇ ਮੰਨ ਲਿਆ ਕਿ ਉਹ ਤਾਂ ਮੁੜ ਕੇ ਕਦੀ ਦਿੱਲੀ ਸਰਕਾਰ ਦੇ ਵਿੱਚ ਨਹੀਂ ਆਏਗੀ, ਜਿਹੜੀ ਦਿੱਲੀ ਦੀ ਸਟੇਟ ਗਵਰਨਮੈਂਟ ਹੈ ਉਹ 'ਚ ਤਾਂ ਨਹੀਂ ਆਏਗੀ, ਕਿਉਂਕਿ ਇਹ ਕੱਲ ਨੂੰ ਇਹੀ ਪੰਗਾ ਉਹਨਾਂ ਨੂੰ ਵੀ ਪੈਣਾ ਹੈ ਜੋ ਅੱਜ ਕੇਜਰੀਵਾਲ ਨੂੰ ਪੰਗਾ ਪੈ ਰਿਹਾ ਹੈ ਵੀ ਉਹਨਾਂ ਦੇ ਸਾਰੇ ਜਿਹੜੇ ਅਧਿਕਾਰ ਨੇ ਉਹ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਅਧਿਆਦੇਸ਼ ਦੀ ਆ ਕੇ ਹੋ ਰਹੀ ਹੈ। ਤਾਂ ਫਿਰ ਇਹ ਤਾਂ ਪੰਗਾ ਕੱਲ ਉਹਨਾਂ ਨੂੰ ਵੀ ਪਏਗਾ ਜਾਂ ਕਿਸੇ ਬੀਜੇਪੀ ਆਏਗੀ ਤਾਂ ਬੀਜੇਪੀ ਨੂੰ ਵੀ ਪਏਗਾ ਅਗਰ ਸੈਂਟਰ ਗਵਰਨਮੈਂਟ ਬਦਲ ਜਾਂਦੀ ਹੈ ਤਾਂ। ਸੋ ਇਹ ਪ੍ਰਿੰਸੀਪਲ ਦਾ ਸਵਾਲ ਹੈ ਕਿ ਉੱਥੇ ਪ੍ਰਿੰਸੀਪਲੀ ਕੀ ਡਿਸੀਜਨ ਲੈਣਾ ਹੈ। ਸਵਾਲ ਕਿਸੇ ਇੱਕ ਸਟੇਟ ਦਾ ਨਹੀਂ ਹੈ। ਠੀਕ ਹੈ, ਅੱਜ ਇੱਥੇ ਸਟੇਟ ਦੇ ਕਿਉਂਕਿ ਇੱਥੇ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਹੈ ਔਰ ਉਹ ਲਗਾਤਾਰ ਜਿਹੜੇ ਕਾਂਗਰਸ ਦੇ ਸਾਬਕਾ ਮੰਤਰੀ ਹੈਗੇ ਆ ਉਹਨਾਂ ਦੇ ਖਿਲਾਫ ਕਰਪਸ਼ਨ ਨੂੰ ਲੈ ਕੇ ਸ਼ਿਕੰਜਾ ਕਸੀ ਜਾ ਰਹੀ ਹੈ, ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਨੈਸ਼ਨਲ ਪੋਲਿਟਿਕਸ ਦੇ ਵਿੱਚ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਇਨ ਪ੍ਰਿੰਸੀਪਲ ਕੋਈ ਡਿਸੀਜਨ ਲੈਣਾ ਹੈ ਉੱਥੇ ਕਦਮ ਪਿੱਛੇ ਹਟਾਏ ਕਾਂਗਰਸ। ਇਹ ਕਾਂਗਰਸ ਲਈ ਬੜਾ ਮੁਸ਼ਕਿਲ ਹੋਏਗਾ, ਜਾਂ ਤਾਂ ਕਾਂਗਰਸ ਨੂੰ ਉੱਥੇ ਡਿਸੀਜਨ ਇਹ ਲੈਣਾ ਪਊਗਾ ਜਾਂ ਫਿਰ ਮੇ ਵੀ ਉਹ ਕੋਈ ਵਿੱਚ ਵਾਲਾ ਰਸਤਾ ਇਹ ਵੀ ਇਖਤਿਆਰ ਕਰ ਸਕਦੀ ਹੈ ਵੀ ਜਦੋਂ ਇਸ ਤਰ੍ਹਾਂ ਦੀ ਵੋਟਿੰਗ ਹੋਏ ਤਾਂ ਉਹ ਬਾਹਰ ਰਹੇ, ਇਹ ਕਹਿ ਕੇ ਕਿ ਵੀ ਨਾ ਉਹ ਹੱਕ ਚ ਨਾ ਉਹ ਵਿਰੋਧ ਚ, ਕੋਈ ਇਸ ਤਰ੍ਹਾਂ ਦਾ ਕੋਈ ਮਿਡਵੇ ਵੀ ਉਹਨੂੰ ਕੱਢਣਾ ਪਊਗਾ। ਪਰ ਮੈਂ ਫਿਰ ਬਾਰ-ਬਾਰ ਕਹਿ ਰਿਹਾ ਕਿ ਜੇ ਕਾਂਗਰਸ ਨੇ ਇਹ ਸਿਧਾਂਤਕ ਫੈਸਲਾ ਨਹੀਂ ਲਿਆ ਤਾਂ ਮੈਨੂੰ ਲੱਗਦਾ ਕਿ ਵੱਡੇ ਕੈਨਵਸ ਦੇ ਵਿੱਚ ਇਹਦਾ ਨੁਕਸਾਨ ਵੀ ਹੋ ਸਕਦਾ ਹੈ। ਇੱਕ ਸਟੇਟ 'ਚ ਬੇਸ਼ੱਕ ਉਹਨਾਂ ਨੂੰ ਫਾਇਦਾ ਹੋਵੇ ਲੇਕਿਨ ਵੱਡੇ ਕੈਨਵਸ 'ਚ ਨੁਕਸਾਨ ਹੋ ਸਕਦਾ ਹੈ। ਭਾਸਕਰ ਸਾਹਿਬ, ਜਦੋਂ ਅਸੀਂ ਇਹ ਖਬਰ ਲੈ ਹੀ ਰਹੇ ਹਾਂ ਤੇ ਅਸੀਂ ਜਲੰਧਰ ਚੱਲਦੇ ਹਾਂ, ਕਿਉਂਕਿ ਬਾਜਵਾ ਸਾਹਿਬ ਬਹੁਤ ਕਲੀਅਰ ਸੀਗੇ, ਉਹ ਜਦੋਂ ਬਰਜਿੰਦਰ ਸਿੰਘ ਹਮਦਰਦ ਨਾਲ ਇਕਜੁੱਟਤਾ ਪ੍ਰਗਟਾ ਰਹੇ ਸੀ ਪੂਰੀ ਲੀਡਰਸ਼ਿਪ, ਜਿਹਦੇ ਚ ਉਹਨਾਂ ਦੇ ਪ੍ਰਧਾਨ ਰਾਜਾ ਵੜਿੰਗ ਨੇ, ਉਹਨਾਂ ਦੇ ਫਾਇਰ ਬ੍ਰਾਂਡ ਆਗੂ ਨਵਜੋਤ ਸਿੰਘ ਸਿੱਧੂ ਨੇ, ਕੱਲ ਜਿਨ੍ਹਾਂ ਨੇ ਬੜੀਆਂ ਹਲਕੇ ਪੱਧਰ ਦੀਆਂ ਉੱਥੇ ਗੱਲਾਂ ਵੀ ਕੀਤੀਆਂ, ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਲੀਡਰ ਦਾ ਨਾਂ ਲੈ ਕੇ ਵੀ ਉਹਨਾਂ ਟਿੱਪਣੀਆਂ ਕੀਤੀਆਂ। ਸਿੱਧੂ ਦੀ ਇਮੇਜ ਕੱਲ ਕੋਈ ਬਹੁਤੀ ਬਿਹਤਰ ਨਜ਼ਰ ਨਹੀਂ ਆਈ, ਇੱਕ ਗੈਰ ਸੰਜੀਦਾ ਨਾਨ ਸੀਰੀਅਸ ਜੀ ਉਹਨਾਂ ਦੀ ਇਮੇਜ ਬਣੀ ਆ। ਉਹਨਾਂ ਦੀ ਸਿਧਾਂਤਕ ਜਿਹੜੀ ਲੜਾਈ ਸੀ, ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਆਮ ਤੌਰ ਤੇ ਆਮ ਆਦਮੀ ਪਾਰਟੀ ਦੀ ਸੱਤਾ ਦੇ ਖਿਲਾਫ ਇੱਕ ਚਿਹਰਾ ਮੰਨਿਆ ਜਾ ਰਿਹਾ ਸੀ ਵੀ ਇਹੀ ਬੰਦਾ ਜਿਹੜਾ ਪ੍ਰਿੰਸੀਪਲਸ ਦੀ ਲੜਾਈ ਲੜ ਰਿਹਾ, ਇਹੀ ਬੰਦਾ ਇਮਾਨਦਾਰ ਹੈ, ਇਹੀ ਵਿਅਕਤੀ ਜਿਹੜਾ ਟ੍ਰੈਡੀਸ਼ਨਲ ਪੋਲਿਟਿਕਸ ਦੇ ਖਿਲਾਫ ਯੁੱਧ ਲੜ ਰਿਹਾ, ਬਦਲਾਅ ਚਾਹੁੰਦਾ ਹੈ, ਇਹ ਆਮ ਆਦਮੀ ਪਾਰਟੀ ਨਾਲੋਂ ਵੱਡਾ ਵੀ ਬਦਲਾਅ ਦਾ ਹਾਮੀ ਬੰਦਾ ਹੈ। ਕੱਲ ਮੈਨੂੰ ਲੱਗਦਾ ਉਹਨੇ ਆਪਣੀ ਇਮੇਜ ਦੇ ਉੱਤੇ ਕਾਫੀ ਵੱਡਾ ਵੱਟਾ ਵੀ ਲਾਇਆ। ਉਹ ਸੀਰੀਅਸ ਰੂਪ ਦੇ ਵਿੱਚ ਵੀ ਹਮਦਰਦ ਸਾਹਿਬ ਦੀ ਮਦਦ ਲਈ ਆਪਣੀ ਗੱਲ ਰੱਖ ਸਕਦਾ ਸੀ, ਪਰ ਉੱਥੇ ਜੋ ਕੁਝ ਚੀਜ਼ਾਂ ਹੋਈਆਂ, ਮੇਰਾ ਮਤਲਬ ਸਾਫ਼ ਜਿਹਾ ਕਹਿਣ ਦਾ ਕਿ ਕੱਲ ਅੰਦਰ ਜਿਸ ਤਰੀਕੇ ਨਾਲ ਇਕਮੁੱਠਤਾ ਪ੍ਰਗਟਾਈ ਗਈ ਆ, ਸਾਰੀ ਵਿਰੋਧੀ ਧਿਰ ਤਾਂ ਖੜੀ ਹੋ ਗਈ, ਪਰ ਦੂਜੇ ਬੰਨੇ ਇੱਕ ਸਵਾਲ ਇਹ ਵੀ ਸੀਗਾ ਕਿ ਹਮਦਰਦ ਸਾਹਿਬ ਨੂੰ ਜਿਹੜੀ ਕੋਰਟ ਤੋਂ ਵੱਡੀ ਰਾਹਤ ਮਿਲਣੀ ਸੀ ਉਹ ਸੀਗੀ ਵਿਜੀਲੈਂਸ ਤੋਂ ਜਾਂਚ ਲੈ ਕੇ CBI ਨੂੰ ਦੇਣ ਦੀ, ਤੇ ਦੂਜੇ ਬੰਨੇ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਜਾਂ ਬਤੌਰ ਇੰਡੀਵਿਜੂਅਲ ਤੌਰ ਤੇ ਧਿਰ ਬਣਾਏ ਜਾਣੇ। ਇਹ ਦੋ ਗੱਲਾਂ ਨਹੀਂ ਮੰਨੀਆਂ ਗਈਆਂ, ਹਾਲਾਂਕਿ ਉਹਨਾਂ ਦੇ ਸੰਮਣ ਭਾਵੇਂ ਰੱਦ ਕਰਤੇ ਗਏ ਨੇ ਔਰ ਉਹਨਾਂ ਨੂੰ ਕੁਐਸਚਨੀਅਰ ਭੇਜਣ ਦੀ ਗੱਲ ਹੋਈ ਆ, ਇਹ ਇੱਕ ਜਿੱਤ ਹੈ, ਪਰ ਕੁਝ ਲੋਕ ਇਹਨੂੰ ਅੰਸ਼ਕ ਜਿੱਤ ਵੀ ਮੰਨ ਰਹੇ ਆ। ਵੱਡੀ ਮੰਗ ਉਹਨਾਂ ਦੀ ਜਿਹੜੀ ਆ ਉਹ ਅਜੇ ਨਹੀਂ ਉਹਦੇ ਤੇ ਹਾਈ ਕੋਰਟ ਨੇ ਕੁਰਾਹ ਦਿੱਤੀ, ਤੇ ਜਿਹੜਾ ਉੱਥੇ ਘਟਨਾਕ੍ਰਮ ਹੋਇਆ ਦੋਵਾਂ ਚੀਜ਼ਾਂ ਨੂੰ ਐਡਰੈਸ ਕਰ ਦਿਓ। ਜੀ ਬਿਲਕੁਲ, ਇਹ ਗੱਲ ਸ਼ੁਰੂ ਕਰਨ ਤੋਂ ਪਹਿਲੇ ਥੋੜਾ ਜਿਹਾ ਉਹ ਜੂਨ 12 ਵਾਲੀ ਮੀਟਿੰਗ ਦੇ ਬਾਰੇ 'ਚ ਮੈਂ ਦੋ ਲਾਈਨਾਂ ਜ਼ਰੂਰ ਕਹਿਣਾ ਚਾਹੁੰਦਾ ਕਿ ਇੱਕ, ਕਾਂਗਰਸ ਨੇ ਇਹ ਫੈਸਲਾ ਕਰ ਲਿੱਤਾ ਔਰ ਉਸ ਫੈਸਲੇ ਦੀ ਅਨਾਉਂਸਮੈਂਟ ਕੀਤੀ ਹੈ ਜੈਰਾਮ ਰਮੇਸ਼ ਉਹਨਾਂ ਨੇ ਕਿ ਭਾਵੇਂ ਰਾਹੁਲ ਗਾਂਧੀ ਉਹਨਾਂ ਨਹੀਂ ਜਾ ਸਕਦੇ ਕਿਉਂਕਿ ਉਹ ਵਿਦੇਸ਼ੀ ਦੌਰੇ ਤੇ ਹੈ, ਖੜਗੇ ਸਾਹਿਬ ਬਿਜ਼ੀ ਹੈ ਇਸ ਕਰਕੇ ਉਹ ਨਹੀਂ ਜਾ ਸਕਦੇ, ਪਰ ਫਿਰ ਵੀ ਕਾਂਗਰਸ ਦਾ ਕੋਈ ਨਾ ਕੋਈ ਆਗੂ ਉਸ ਮੀਟਿੰਗ ਦੇ ਵਿੱਚ ਜਾਏਗਾ। ਇਹ ਆਪਣੇ ਆਪ ਵਿੱਚ ਉਸ ਤਰੀਕੇ ਦੀ ਗੱਲ ਹੈ ਜਦ ਤੁਹਾਨੂੰ ਕਿਸੇ ਇੰਪੋਰਟੈਂਟ ਵਿਆਹ ਦੇ ਵਿੱਚ ਜਾਣਾ ਹੋਏ ਔਰ ਤੁਸੀਂ ਨਾ ਜਾ ਸਕੋ ਤੇ ਕਹਿੰਦੇ ਵੀ ਸ਼ਗਨ ਫੜਾ ਆਣਾ, ਤੇ ਸ਼ਗਨ ਫੜਾਉਣ ਕੋਈ ਕਾਂਗਰਸ ਦਾ ਲੀਡਰ ਜ਼ਰੂਰ ਉੱਥੇ ਜਾਏਗਾ, ਕਿਉਂਕਿ ਕਾਂਗਰਸ ਉਸ ਮੀਟਿੰਗ ਤੋਂ ਐਬਸਟੇਨ ਰਹਿ ਕੇ ਆਪਣਾ ਆਪੋਜੀਸ਼ਨ ਨੂੰ ਯੂਨਾਈਟ ਕਰਨ ਦਾ ਇੱਕ ਜਿਹੜੀ ਕੈਂਪੇਨ ਹੈ, ਮੁਹਿੰਮ ਹੈ, ਜਾਂ ਉਹਨੂੰ ਲੀਡ ਕਰਨ ਦੀ ਇੱਕ ਇੱਛਾ ਹੈ, ਦੋਨੋਂ ਤੋਂ ਵੰਚਿਤ ਰਹਿ ਸਕਦੀ ਹੈ, ਕਿਉਂਕਿ TMC ਔਰ ਆਮ ਆਦਮੀ ਪਾਰਟੀ ਦੋ ਹੀ ਇਸ ਤਰ੍ਹਾਂ ਦੀ ਪਾਰਟੀ ਹੈ ਜਿਹਦੇ ਵਿੱਚ ਕਾਂਗਰਸ ਦਾ ਵਿਰੋਧ ਹੈ ਜਾਂ ਕਾਂਗਰਸ ਉਹਨਾਂ ਦਾ ਵਿਰੋਧ ਕਰਦੀ ਹੈ। ਪਰ ਜਿਹੜੇ ਪੰਜਾਬ ਵਾਲੇ ਨੇ ਕਹਿੰਦੇ ਨੇ ਵੀ ਕਿਸੇ ਵੀ ਹਾਲਤ ਵਿੱਚ ਅਸੀਂ ਤੇ ਇਹਨਾਂ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦੇ, ਬਸ ਉਸ ਸਾਰੀ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਦਾ ਉੱਥੇ ਰਿਪਰੈਜ਼ੈਂਟ ਕਰਨਾ, ਉਹ ਆਪਣੇ ਆਪ ਵਿੱਚ ਕਾਂਗਰਸ ਕਸੂਤੀ ਸਥਿਤੀ ਦੇ ਵਿੱਚ ਫਸੀ ਹੋਈ ਹੈ। ਜੇ ਆਰਡੀਨੈਂਸ ਦਾ ਸਪੋਰਟ ਕਰਦੀ ਹੈ ਤੇ ਫਿਰ ਲੋਕਤੰਤਰਿਕ ਸਿਸਟਮ ਨੂੰ ਇੱਕ ਜਿਹੜਾ ਖਤਰਾ ਬੀਜੇਪੀ ਤੋਂ ਦੱਸਦੇ ਨੇ ਉਹਦੇ ਉੱਤੇ ਉਹਨਾਂ ਦਾ ਐਲੀਗੇਸ਼ਨ ਬੜਾ ਡਾਇਲੂਟ ਹੁੰਦਾ ਹੈ। ਕੱਲ ਦੀ ਗੱਲ ਕਰੀਏ, ਕੱਲ ਤਕਰੀਬਨ ਸਾਰੀ ਵਿਰੋਧੀ ਪਾਰਟੀਆਂ ਔਰ ਬੜੇ ਵੱਡੇ ਆਗੂ, ਇੰਨੇ ਵੱਡੇ ਆਗੂ ਕਿ ਕਈ ਵੱਡੇ ਆਗੂਆਂ ਨੂੰ ਤਾਂ ਸਟੇਜ ਤੇ ਜਗ੍ਹਾ ਵੀ ਨਹੀਂ ਮਿਲੀ ਸੀ। ਜੇ ਤੁਸੀਂ ਅਗਰ ਉਸ ਵੀਡੀਓ ਨੂੰ ਦੇਖਿਆ ਹੋਇਆ ਤੇ ਥੱਲੇ ਜਿਹੜੇ ਬੈਠੇ ਸੀਗੇ, ਯਾਨੀ ਡਾਇਸ ਤੋਂ ਥੱਲੇ ਜਿਹੜੇ ਬੈਠੇ ਸੀ ਉਹ ਵੀ ਬੜੇ ਵੱਡੇ ਲੀਡਰ ਸੀਗੇ, ਉਹਨਾਂ ਨੂੰ ਉੱਤੇ ਜਗ੍ਹਾ ਨਹੀਂ ਮਿਲੀ।
ਜਿਨ੍ਹਾਂ ਨੂੰ ਉੱਤੇ ਜਗ੍ਹਾ ਮਿਲੀ ਉਹ ਵੀ ਬੜੇ ਨੌਨ ਸੀਰੀਅਸ ਤਰੀਕੇ ਨਾਲ ਇੱਕ ਸੀਰੀਅਸ ਇਸ਼ੂ ਨੂੰ ਡੀਲ ਕਰਦੇ ਹੋਏ ਦੇਖੇ ਗਏ। ਉੱਥੇ 6:30 ਵਜੇ ਤੱਕ ਇਹ ਮੀਟਿੰਗ ਚੱਲੀ। ਬਹੁਤਾ ਜਿਹੜੇ ਬਰਜਿੰਦਰ ਹਮਦਰਦ ਉਹਨਾਂ ਦੀ ਸਪੋਰਟ ਦੇ ਵਿੱਚ ਭਾਵੇਂ ਕੁਝ ਗੱਲਾਂ ਕੀਤੀਆਂ ਗਈਆਂ ਹੋਣ, ਪਰ ਆਪਸ ਦੇ ਵਿੱਚ ਜਿਹੜੀ ਇਹ ਲੀਡਰਾਂ ਦੀ ਪਹਿਲੀ ਮੀਟਿੰਗ ਸੀਗੀ, ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ, ਵਿਕਰਮ ਸਿੰਘ ਮਜੀਠੀਆ ਉਹਨਾਂ ਤੋਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਮਿਲੇ ਹੋਣਗੇ, ਪਰ ਚਲੋ ਮਿਲੇ ਬੜੇ ਗਰਮਜੋਸ਼ੀ ਨਾਲ। ਜਿਹੜੀ ਇਸ ਮੀਟਿੰਗ ਨੂੰ ਜਿਸ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਹੈ ਉਹ ਬੜੇ ਵਧੀਆ ਤਰੀਕੇ ਨਾਲ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਦੀ ਡੇਟ ਵਿੱਚ ਆਪੋਜੀਸ਼ਨ ਪਾਰਟੀ ਦੇ ਵਿੱਚ ਸਭ ਤੋਂ ਵੱਡੇ ਸੀਰੀਅਸ ਲੀਡਰ ਵਜੋਂ ਉੱਭਰ ਰਹੇ ਸੀਗੇ, ਪਰ ਉਹਨਾਂ ਨੇ ਇਹ ਨੌਨ ਸੀਰੀਅਸਨੈਸ ਦਿਖਾ ਕੇ ਆਪਣੀ ਉਸ ਕਲੇਮ ਨੂੰ, ਆਪਣੀ ਉਸ ਪ੍ਰੋਜੈਕਸ਼ਨ ਨੂੰ ਥੋੜਾ ਜਿਹਾ ਡਾਊਨ ਕੀਤਾ। ਉਹਨਾਂ ਦੀ ਇਮੇਜ ਕੋਈ ਬਹੁਤ ਵਧੀਆ ਨਹੀਂ ਗਈ। ਪਰ ਉਸ ਤੋਂ ਇਲਾਵਾ ਜਿਹੜੀ ਗੱਲਾਂ ਉਸ ਮੀਟਿੰਗ ਦੇ ਵਿੱਚ ਹੋਈ, ਅਸ਼ਵਨੀ ਸ਼ਰਮਾ ਉਹਨਾਂ ਜਿਹੜੇ ਭਾਜਪਾ ਦੇ ਪ੍ਰਧਾਨ ਨੇ, ਉਹਨਾਂ ਨੂੰ ਦੂਜੀ ਪਾਰਟੀਆਂ ਵਾਲੇ ਇਹ ਕਹਿੰਦੇ ਹੋਏ ਦੇਖੇ ਗਏ ਕਿ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ, ਸ਼ਰਮਾ ਜੀ ਇਹਨਾਂ ਦੇ ਪਿੱਛੇ ਈਡੀ ਕਿਉਂ ਨਹੀਂ ਪਵਾਉਂਦੇ ਤੁਸੀਂ, ਤੇ ਤੁਸੀਂ ਜਿਹੜਾ ਕੇਂਦਰ ਵਿੱਚ ਹੈਗਾ ਉੱਤੋਂ ਨੱਪ ਦਿਓ ਇਹਨਾਂ ਨੂੰ। ਯਾਨੀ ਇਹ ਦੇਖੋ ਫਿਰ ਭਾਜੀ ਯਾਨੀ ਬਰਜਿੰਦਰ ਭਾਜੀ ਉਹਨਾਂ ਦੀ ਉਮਰ ਨੂੰ ਲੈ ਕੇ ਇੱਕ ਤਰੀਕੇ ਨਾਲ ਜਿੱਦਾਂ ਬੋਲੀਆਂ ਨਹੀਂ ਪਾਉਂਦੇ ਵੀ ਭਾਜੀ ਤੁਹਾਡੀ ਉਮਰ ਕਿੰਨੀ ਹੈ। ਇੱਕ ਬੰਦਾ ਕਹਿੰਦਾ ਮੈਂ ਲਾਏ 45 ਸਾਲ ਦੇ ਲੱਗਦੇ ਨੇ, ਉਹ ਕਹਿੰਦਾ 50 ਦੇ ਨੇ, ਨਹੀਂ ਕਹਿੰਦਾ 18 ਦੇ ਨੇ। ਉਹ ਫਿਰ ਜਾ ਕੇ ਗੱਲ ਨਿਕਲੀ ਕਿ 80 ਸਾਲ ਦੇ ਨੇ। ਮੁੱਦਾ ਬੜਾ ਸੀਰੀਅਸ ਸੀਗਾ। ਬਰਜਿੰਦਰ ਭਾਜੀ ਦੇ ਉੱਤੇ ਜਿਸ ਤਰੀਕੇ ਨਾਲ ਆ ਜਿਹੜੀ ਗੱਲਾਂ ਤੁਰ ਰਹੀ ਹੈ, ਔਰ ਉਹਦੇ ਉੱਤੇ ਜਿਹੜਾ ਵਿਜੀਲੈਂਸ ਦਾ ਸੰਮਨ, ਹਾਈ ਕੋਰਟ ਦੇ ਵਿੱਚ ਕੇਸ, ਔਰ ਹਾਈ ਕੋਰਟ ਦਾ ਵੀ ਕੱਲ ਫੈਸਲਾ ਆਇਆ ਇਸ ਮੁੱਦੇ ਦੇ ਉੱਤੇ। ਹਾਈ ਕੋਰਟ ਨੇ ਭਾਵੇਂ ਕਈ ਅਖਬਾਰਾਂ ਇਸ ਗੱਲ ਨੂੰ ਵੱਡੀ ਰਾਹਤ ਦੇ ਰੂਪ ਵਿੱਚ ਦੱਸ ਰਹੀ ਹੈ ਕਿ ਇੱਕ ਹਫ਼ਤੇ ਪਹਿਲੇ ਵਿਜੀਲੈਂਸ ਵਿਭਾਗ ਨੂੰ ਨੋਟਿਸ ਦੇਣਾ ਪਏਗਾ ਅਰੈਸਟ ਕਰਨ ਤੋਂ ਪਹਿਲੇ, ਪਰ ਇਹ ਗੱਲਾਂ ਦੂਜੇ ਪਾਸੇ ਜਿਹੜੀ ਬਰਜਿੰਦਰ ਸਿੰਘ ਹਮਦਰਦ ਉਹਨਾਂ ਦੀ ਮੁੱਖ ਮੰਗ ਸੀਗੀ ਕਿ ਇਹ ਕੇਸ ਸੀਬੀਆਈ ਨੂੰ ਹੈਂਡਓਵਰ ਕੀਤਾ ਜਾਏ, ਉੱਥੇ ਕੋਰਟ ਨੇ ਨਾ ਕਰਤੀ ਹੈ। ਔਰ ਜਿਹੜੀ ਉਹਨਾਂ ਦੀ ਪਟੀਸ਼ਨ ਦੇ ਵਿੱਚ ਮੁੱਖ ਮੰਤਰੀ ਨੂੰ ਬਾਈ ਨੇਮ ਧਿਰ ਬਣਾਇਆ ਸੀ, ਪਾਰਟੀ ਬਣਾਇਆ ਸੀ, ਉਹਦੇ ਉੱਤੇ ਵੀ ਕੋਈ ਫੈਸਲਾ ਕੋਰਟ ਨੇ ਨਹੀਂ ਲਿੱਤਾ। ਰਾਦਰ ਇਹ ਵੀ ਕਿਹਾ ਕਿ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ, ਔਰ ਜੇ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦੇ ਤੇ ਫਿਰ ਜਿਹੜੀ ਦਿੱਤੀ ਹੋਈ ਰਾਹਤ ਹੈ 7 ਦਿਨਾਂ ਵਾਲੀ, ਉਹਨੂੰ ਵੀ ਕੈਂਸਲ ਕੀਤਾ ਜਾ ਸਕਦਾ ਹੈ। ਔਰ ਇਸ ਤੋਂ ਇਲਾਵਾ ਜਿਹੜੇ ਬਬਲਾਨੀ ਸਾਹਿਬ ਸੀ, ਵਿਨੇ ਬਬਲਾਨੀ, ਜਿਹੜੇ ਇਸ ਸੰਸਥਾ ਦੇ ਜਿਹੜੀ ਜੰਗੇ ਆਜ਼ਾਦੀ ਨੂੰ ਦੇਖਦੀ ਸੀ CEO, ਉਹਨਾਂ ਤੋਂ ਵਿਜੀਲੈਂਸ ਬਿਊਰੋ 3 ਮਹੀਨੇ ਤੋਂ ਰਿਕਾਰਡ ਮੰਗ ਰਿਹਾ, ਫਾਈਲ ਮੰਗ ਰਿਹਾ, ਔਰ ਉਹ ਫਾਈਲ ਹਜੇ ਤੱਕ ਨਹੀਂ ਦੇ ਰਹੇ। ਇੱਥੇ ਤੱਕ ਕਿ ਸ਼ਾਮ ਬੈਨੇਗਲ, ਜਿਹੜੇ ਆਰੋਪ ਲੱਗੇ ਨੇ, ਇਹ ਲੱਗੇ ਨੇ ਕਿ ਸ਼ਾਮ ਬੈਨੇਗਲ ਤੋਂ ਇੱਕ ਡਾਕੂਮੈਂਟਰੀ ਬਣਾਈ ਗਈ ਸੀ ਜਿਹਦੀ ਕੋਈ ਬਿਡ ਨਹੀਂ ਲਿੱਤੀ, ਕਿਸੇ ਹੋਰ ਵਿਅਕਤੀਆਂ ਤੋਂ ਵੀ ਕੋਈ ਬਿਡ ਬੁਲਾਈ ਗਏ, ਉਹਨਾਂ ਨੂੰ ਕਰੋੜੋਂ ਰੁਪਏ ਦਿੱਤੇ ਗਏ। ਔਰ ਇੱਥੇ ਤੱਕ ਕਿ ਕਾਫੀ ਸਾਲਾਂ ਤੋਂ ਜਿਹੜਾ ਰਿਕਾਰਡ ਸੀਗਾ ਜੰਗੇ ਆਜ਼ਾਦੀ ਦਾ, ਜਿਹਦੇ ਵਿੱਚ 350 ਕਰੋੜ ਦੇ ਕਰੀਬ ਖਰਚੇ ਗਏ ਸੀ, ਕਦੀ ਆਡਿਟ ਨਹੀਂ ਕਰਾਇਆ ਗਿਆ। ਕਿੱਥੇ ਪੈਸੇ ਖਰਚੇ, ਕਿਸ ਤਰੀਕੇ ਨਾਲ ਖਰਚੇ, ਇਹ ਸਾਰੇ ਇਲਜ਼ਾਮਾਂ ਦਾ ਜਵਾਬ ਹੁਣ ਹੋ ਸਕਦਾ ਲਿਖਿਤ ਤੌਰ ਤੇ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ ਦੇਣਾ ਪਏ, ਔਰ ਕਿੰਨੀ ਇਫੈਕਟਿਵਲੀ ਉਹਨਾਂ ਗੱਲਾਂ ਦਾ ਜਵਾਬ ਉਹ ਦਿੰਦੇ ਨੇ। ਅੱਗੇ ਜਾ ਕੇ ਇਹ ਗੱਲ ਉਸ ਗੱਲ ਤੇ ਹੀ ਖੜੀ ਹੈ। ਬਿਲਕੁਲ, ਕਾਫੀ ਅਹਿਮ ਸਵਾਲ ਹੈ ਇੰਦਰਪ੍ਰੀਤ ਜੀ। ਤੁਹਾਡੀ ਟਿੱਪਣੀ ਬੜੀ ਅਹਿਮ ਰਹੂਗੀ ਕਿ ਹਾਈ ਕੋਰਟ 'ਚ ਮਾਮਲਾ ਐਡਰੈਸ ਹੁੰਦਾ, ਦੂਜੇ ਬੰਨੇ ਜਲੰਧਰ ਦੇ ਵਿੱਚ ਇੱਕ ਆਡੀਟੋਰੀਅਮ ਦੇ ਵਿੱਚ ਸਾਰੇ ਦੇ ਸਾਰੇ ਲੋਕ ਮਿਲਦੇ, ਉੱਥੇ ਵੀ ਇਹ ਮਾਮਲਾ ਐਡਰੈਸ ਹੁੰਦਾ। ਇਹਨੂੰ ਤੁਸੀਂ ਕਿਵੇਂ ਦੇਖਿਆ ਆਪਣੀ ਨਜ਼ਰ ਨਾਲ? ਠੀਕ, ਭਾਸਕਰ ਸਾਹਿਬ ਠੀਕ ਕਹਿ ਰਹੇ ਕਿ ਜਿਹੜੀ ਗੱਲ ਕਰ ਰਿਹਾ, ਮੈਂ ਅਖਬਾਰਾਂ 'ਚ ਪੜ੍ਹਿਆ, ਖਾਸ ਤੌਰ ਤੇ ਅਜੀਤ ਅਖਬਾਰ ਨੇ ਤਾਂ ਇਹਨੂੰ ਬਹੁਤ ਪ੍ਰਮੁਖਤਾ ਨਾਲ ਛਾਪਿਆ ਕਿ ਡਾਕਟਰ ਸਾਹਿਬ ਨੂੰ ਬੜੀ ਵੱਡੀ ਰਾਹਤ ਮਿਲ ਗਈ ਹੈ। ਪਰ ਮੈਨੂੰ ਲੱਗਦਾ ਕਿ ਰਾਹਤ ਹੈ ਨਹੀਂ। ਅਗਰ ਇਸ ਪੱਖੋਂ ਅਗਰ ਰਾਹਤ ਹੈ ਕਿ ਵਿਜੀਲੈਂਸ ਹੁਣ ਨਹੀਂ ਬੁਲਾ ਸਕਦੀ ਜਾਂ ਬੁਲਾਉਣ ਤੋਂ ਪਹਿਲਾਂ ਉਹਨਾਂ ਨੂੰ 7 ਦਿਨ ਦਾ ਨੋਟਿਸ ਦੇਣਾ ਪਏਗਾ, ਉਹ ਤਾਂ ਠੀਕ ਹੈ, ਉਹਨੂੰ ਤੁਸੀਂ ਅਗਰ ਰਾਹਤ ਮੰਨਦੇ ਹੋ ਤਾਂ ਉਹ ਰਾਹਤ ਫਿਰ ਹੈਗੀ ਹੋਈ ਹੈ। ਪਰ ਜਿਹੜਾ ਆਪਾਂ ਇਹ ਗੱਲ ਕਰ ਰਹੇ ਹੋ ਤੁਸੀਂ ਕਿ ਬਈ ਉਹਨਾਂ ਦੀ ਜਿਹੜੀ ਇਹ ਮੁੱਖ ਮੰਗ ਤਾਂ ਹੈ ਹੀ ਨਹੀਂ ਸੀ। ਉਹਨਾਂ ਦੀ ਮੁੱਖ ਮੰਗ ਤਾਂ ਸੀ ਵੀ ਸਾਨੂੰ ਵਿਜੀਲੈਂਸ ਦੇ ਉੱਤੇ ਭਰੋਸਾ ਨਹੀਂ ਹੈ, ਸਾਨੂੰ CBI ਤੋਂ ਕਰਵਾਈ ਜਾਏ, ਕਿਉਂਕਿ ਇਹ ਸਰਕਾਰ ਤਾਂ ਪਹਿਲਾਂ ਹੀ ਸਾਡੇ ਬਹੁਤ ਉਹਨਾਂ ਨੇ ਲੰਬੀ ਚੌੜੀ ਗੱਲਾਂ ਕੀਤੀਆਂ ਨੇ, ਬਹੁਤ ਪਿੱਛੇ ਪਈ ਹੋਈ ਹੈ, ਸਾਨੂੰ ਖਬਰਾਂ ਲਗਾਉਣ ਤੋਂ ਰੋਕਿਆ ਜਾ ਰਿਹਾ, ਦੂਜੀਆਂ ਪਾਰਟੀਆਂ ਦੀ ਖਬਰਾਂ ਲਗਾਉਣ ਤੋਂ ਰੋਕਿਆ ਜਾ ਰਿਹਾ, ਕਾਫੀ ਚੀਜ਼ਾਂ ਉਹਨਾਂ ਨੇ ਐਕਸਪਲੇਨ ਕੀਤੀਆਂ ਹੋਈਆਂ ਉਹਦੇ ਵਿੱਚ। ਤਾਂ ਇਸ ਕਰਕੇ ਸਾਨੂੰ ਇਸ ਤੇ ਉਮੀਦ ਨਹੀਂ। ਇਸ ਜਾਂਚ ਏਜੰਸੀ ਤੇ ਸਾਡੀ ਜਿਹੜੀ ਮੰਗ ਹੈਗੀ ਆ ਉਹ ਹੈ CBI ਤੋਂ ਕਰਵਾਈ ਜਾਏ। ਕੋਰਟ ਨੇ ਇਹਨੂੰ ਨਹੀਂ ਮੰਨਿਆ ਤੇ ਮੈਨੂੰ ਲੱਗਦਾ ਕਿ ਇਹ ਤਾਂ ਫਿਰ ਵੱਡਾ ਝਟਕਾ ਹੋਇਆ। ਇਹ ਰਾਹਤ ਕਿਵੇਂ ਹੋਈ? ਇਹ ਤਾਂ ਵੱਡਾ ਝਟਕਾ ਹੋਇਆ। ਦੂਜੀ ਜਿਹੜੀ ਇੱਕ ਉਹਨਾਂ ਦੀ ਡਿਮਾਂਡ ਸੀ, ਇੱਕ ਉਹਨਾਂ ਦੀ ਮੰਗ ਸੀ ਮੁੱਖ ਮੰਤਰੀ ਨੂੰ ਬਾਈ ਨੇਮ ਜਿਹੜਾ ਅਤੇ ਸੰਮਨ ਕੀਤਾ ਜਾਏ। ਮੈਨੂੰ ਲੱਗਦਾ ਕਿ ਉਹ ਵੀ ਜਿਹੜਾ ਕੋਰਟ ਨੇ ਨਹੀਂ ਮੰਨਿਆ, ਤਾਂ ਇਹ ਵੀ ਇੱਕ ਤਰ੍ਹਾਂ ਦਾ ਝਟਕੇ ਦੇ ਰੂਪ 'ਚ ਹੀ ਦੇਖਿਆ ਜਾਣਾ ਚਾਹੀਦਾ। ਹਾਂ, ਤੁਸੀਂ ਕਹਿ ਸਕਦੇ ਹੋ ਪਾਰਸ਼ਲੀ ਉਹਨਾਂ ਨੂੰ ਰਾਹਤ ਮਿਲ ਗਈ ਹੈ ਕਿ ਹੁਣ ਉਹਨਾਂ ਨੂੰ ਇੱਕਦਮ ਪੇਸ਼ ਨਹੀਂ ਹੋਣਾ ਪਏਗਾ, ਜਦੋਂ ਵੀ ਪੇਸ਼ ਹੋਣਾ 7 ਦਿਨ ਦਾ ਐਡਵਾਂਸ ਨੋਟਿਸ ਦੇਣਾ ਪਏਗਾ। ਨੋਟਿਸ ਦੇ ਵਿੱਚ ਉਹ ਆਪਣੀ ਗੱਲ ਰੱਖ ਸਕਦੇ ਆ, ਪਰ ਨਾਲ ਦੀ ਨਾਲ ਜਿਹੜਾ ਕੋਰਟ ਨੇ ਕਿਹਾ ਕਿ ਬਈ ਤੁਸੀਂ ਉਹਦੇ ਵਿੱਚ
ਜਾਂਚ ਦੇ ਵਿੱਚ ਸ਼ਾਮਲ ਹੋਵੋਗੇ ਫਿਰ ਇਹ ਤਾਂ ਕੋਈ ਰਾਹਤ ਨਾ ਹੋਈ। ਤਾਂ ਮੈਨੂੰ ਲੱਗਦਾ ਕਿ ਇਹ ਝਟਕਾ ਹੈ। ਰਾਹਤ ਆਪਾਂ ਇਹਨੂੰ ਮੰਨਣਾ ਚਾਹੀਏ ਤਾਂ ਮੰਨੀ ਜਾਈਏ ਆਪਣੇ ਤੌਰ ਤੇ, ਲੇਕਿਨ ਅਸੀਂ ਜੇ ਦੂਜੇ ਵੱਡੇ ਰੂਪ ਚ ਦੇਖੋਗੇ ਤਾਂ ਇਹ ਝਟਕਾ ਹੀ ਨਜ਼ਰ ਆਏਗਾ। ਇੰਦਰਪ੍ਰੀਤ ਜੀ, ਜਿਹੜੀ ਜਲੰਧਰ ਦੇ ਵਿੱਚ ਇਕਮੁੱਠਤਾ ਵਿਰੋਧੀ ਦਲਾਂ ਨੇ ਪ੍ਰਗਟਾਈ ਆ, ਉਹਦੇ ਵਿੱਚ ਜਿਸ ਤਰੀਕੇ ਨਾਲ ਉਹ ਸਾਰਾ ਜਿੰਨਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਤੇ ਚੱਲਿਆ, ਤੇ ਜੋ ਉਹਦੇ ਚੋਂ ਰਿਜ਼ਲਟ ਨਿਕਲਿਆ ਕਿ ਮੈਨੂੰ ਜੋ ਗੈਰ ਰਸਮੀ ਮੈਂ ਕਹਿ ਰਿਹਾ ਕਿ ਇਹਦੇ ਵਿੱਚ ਉਹ ਗਵਰਨਰ ਨੂੰ ਸਾਰੀਆਂ ਪਾਰਟੀਆਂ ਇਕੱਠੀਆਂ ਮਿਲ ਸਕਦੀਆਂ, ਰਾਸ਼ਟਰਪਤੀ ਨੂੰ ਵੀ ਮਿਲਣ ਜਾ ਸਕਦੀਆਂ ਇਸ ਮਾਮਲੇ 'ਚ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਜਿਹੜੀ ਲੜਾਈ ਇੱਕ ਖਾਸ ਵਿਅਕਤੀ ਦੀ ਸੀ ਉਹ ਪੂਰੀ ਸਰਕਾਰ ਦੀ ਇੱਕ ਵਿਰੋਧੀ ਦਲਾਂ ਨਾਲ ਵੀ ਹੋ ਗਈ ਆ, ਔਰ ਸਰਕਾਰ ਨੂੰ ਇਹਦੇ ਵਿੱਚ ਕੁਛ ਨਾ ਕੁਛ ਲੋਕਾਂ ਨੂੰ ਜਵਾਬ ਦੇਣਾ ਪਊਗਾ ਕਿ ਅਸੀਂ ਬਦਲਾਖੋਰੀ ਨਹੀਂ ਕਰ ਰਹੇ ਔਰ ਅਸੀਂ ਇਹ ਲੜਾਈ ਜਿਹੜੀ ਆ ਬਿਨਾਂ ਮਤਲਬ ਨਹੀਂ ਵਿੱਢੀ। ਗਵਰਨਮੈਂਟ ਨੂੰ ਲੋਕ ਕਚਹਿਰੀ ਦੇ ਵਿੱਚ ਵੀ ਆਪਣਾ ਪੱਖ ਪੇਸ਼ ਕਰਨਾ ਹੀ ਪਊਗਾ, ਔਰ ਇਹਦੇ ਵਿੱਚ ਜਿਹੜੀ ਸੁਲ੍ਹਾ ਦੀ ਸੰਭਾਵਨਾ ਸੀ ਉਹ ਕਾਫੀ ਮਾਈਨਸ ਹੋ ਗਈ ਇਸ ਟਕਰਾਅ ਨਾਲ। ਨਹੀਂ, ਸੁਲ੍ਹਾ ਦੀ ਸੰਭਾਵਨਾ ਮਾਈਨਸ ਨਹੀਂ ਹੋਈ, ਮੈਨੂੰ ਤਾਂ ਲੱਗਦਾ ਕਿ ਖਤਮ ਹੀ ਹੋ ਗਈ ਹੈ। ਮਤਲਬ ਮਾਈਨਸ ਹੋਣਾ ਤਾਂ ਇੱਕ ਅਲੱਗ ਉਹ ਹੈ, ਮਾਈਨਸ ਨਹੀਂ ਹੋਈ, ਇਹ ਤਾਂ ਖਤਮ ਹੋ ਗਈ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਰ ਉਹਦਾ ਜਵਾਬ ਤਾਂ ਆਲਰੇਡੀ ਕੱਲ ਤੋਂ ਹੀ ਦੇਣਾ ਸ਼ੁਰੂ ਹੋ ਗਿਆ। ਉਹ ਆਮ ਆਦਮੀ ਪਾਰਟੀ ਦੇ ਜਿਹੜੀ ਇੰਟਰਨੈਟ ਮੀਡੀਆ ਹੈ ਜਾਂ ਉਹਨਾਂ ਦਾ ਜੋ ਵੀ ਉਹਨਾਂ ਦੀ IT ਸੈੱਲ ਹੋਏਗਾ, ਉਹਨਾਂ ਨੇ ਤਾਂ ਇਹ ਦਿਖਾਤਾ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਹੈ ਕਿ ਬਈ ਇੱਕ ਭਗਵੰਤ ਮਾਨ ਜਾਂ ਸਤੌਜ ਵਾਲਾ ਜਿਹਨੇ ਸਾਰੀਆਂ ਕਰਪਟ ਲੀਡਰਾਂ ਨੂੰ ਇਕੱਠੇ ਕਰਤਾ, ਇਹ ਇੱਕ ਉਹਨਾਂ ਦੀ ਸ਼ੁਰੂ ਹੋ ਚੁੱਕੀ ਹੈ ਇੰਟਰਨੈਟ ਮੀਡੀਆ ਦੇ। ਅਗਰ ਤੁਸੀਂ ਦੇਖੋ ਤਾਂ ਇਹ ਉਹਨਾਂ ਨੂੰ ਜਵਾਬ ਹੀ ਹੈ ਕਿ ਜਦੋਂ ਕਰਪਸ਼ਨ ਦੇ ਉੱਤੇ ਕੋਈ ਕਾਰਵਾਈ ਕਿਸੇ ਦੇ ਉੱਤੇ ਕੀਤੀ ਹੈ। ਦੇਖੋ ਪੋਲੀਟੀਕਲ ਪਾਰਟੀਆਂ ਕਿਉਂ ਇਕੱਠੀਆਂ ਹੋਈਆਂ ਨੇ, ਕਾਂਗਰਸ ਕਿਉਂ ਵੱਡੇ ਲੈਵਲ ਤੇ ਇਕੱਠੀ ਹੋਈ ਹੈ ਉੱਤੇ, ਕਿਉਂਕਿ ਉਹਦੇ ਅੱਧਾ ਦਰਜਨ ਜਿਹੜੇ ਸਾਬਕਾ ਮੰਤਰੀ ਨੇ ਉਹ ਜਾਂ ਤਾਂ ਉਹਨਾਂ ਦੇ ਵਿਜੀਲੈਂਸ ਦੇ ਚੱਕਰ ਕੱਟ ਰਹੇ ਆ ਜਾਂ ਜੇਲ੍ਹ 'ਚ ਨੇ ਜਾਂ ਜੇਲ੍ਹ ਤੋਂ ਬੇਲ ਦੇ ਉੱਤੇ ਬਾਹਰ ਆਏ ਹੋਏ ਨੇ। ਸੋ ਉਹਨਾਂ ਦਾ ਦੁੱਖ ਵੀ ਓਨਾ ਹੀ ਵੱਡਾ ਹੈ ਜਿੰਨਾ ਵੱਡਾ ਬੇਸ਼ੱਕ ਬਰਜਿੰਦਰ ਸਿੰਘ ਹਮਦਰਦ ਹੋਰਾਂ ਦਾ ਹੋਏਗਾ। ਉਹਨਾਂ ਦਾ ਦੁੱਖ ਇਸ ਕਰਕੇ ਉਹਨਾਂ ਨੂੰ ਇਕਜੁੱਟਤਾ ਤਾਂ ਦਿਖਾਣੀ ਪਏਗੀ। ਸੇਮ ਹੀ ਅਕਾਲੀ ਦਲ ਦਾ ਵੀ ਹੈਗਾ, ਅਕਾਲੀ ਦਲ ਵੀ ਪੂਰੇ ਹਾਸ਼ੀਏ ਤੇ ਜਾ ਚੁੱਕਿਆ ਹੈ। ਹੁਣ ਉਹਨੂੰ ਵੀ ਰਿਵਾਈਵਲ ਲਈ ਚਾਹੀਦਾ ਹੈ ਇਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਇਹੋ ਜਿਹਾ ਇੱਕ ਜਿਹਨੂੰ ਪਲੇਟਫਾਰਮ ਕਹਿੰਦੇ ਆ ਜਿਸ ਤੇ ਉਹ ਆਪਣੀ ਗੱਲ ਰੱਖ ਸਕੇ। ਸੋ ਮੈਨੂੰ ਲੱਗਦਾ ਕਿ ਜਵਾਬ ਤਾਂ ਆਣੇ ਸ਼ੁਰੂ ਹੋ ਹੀ ਚੁੱਕੇ ਨੇ। ਹੁਣ ਇਹ ਕਿੰਨੀ ਪਾਵਰ ਨਾਲ ਜਵਾਬ ਆਣਗੇ ਇਸ ਦੇ ਉੱਤੇ ਸਵਾਲ ਹੋਏਗਾ, ਕਿਉਂਕਿ ਉਧਰ ਬੰਦੇ ਬਹੁਤ ਜ਼ਿਆਦਾ ਨੇ, ਬੋਲਣ ਵਾਲੇ ਬਹੁਤ ਜ਼ਿਆਦਾ ਨੇ ਔਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਲੋਕ ਸੁਣਦੇ ਵੀ ਨਹੀਂ। ਆਮ ਆਦਮੀ ਪਾਰਟੀ ਕੋਲੇ ਸਿਵਾਏ ਭਗਵੰਤ ਮਾਨ ਤੋਂ ਇਹੋ ਜਿਹਾ ਕੋਈ ਬੰਦਾ ਨਹੀਂ ਹੈ ਜਿਹੜਾ ਬੰਦਾ ਇੰਨੇ ਵੋਕਲ ਢੰਗ ਨਾਲ ਗੱਲ ਰੱਖ ਸਕੇ ਔਰ ਉਹਨੂੰ ਵੀ ਜਿਹਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਵੀ ਹੋਵੇ। ਅਜੇ ਤੱਕ ਉਹਨਾਂ ਨੂੰ ਮੈਨੂੰ ਲੱਗਦਾ ਕਿ ਨੇਤਾਵਾਂ ਦੀ ਕਮੀ ਹੈ ਜਿਹੜੀ ਹੋਈ ਹੈ ਇਕਜੁੱਟਤਾ, ਇਹਨੂੰ ਕਾਊਂਟਰ ਕਰ ਸਕੇ। ਇਹ ਕਹਿ ਰਹੇਗੀ ਪਰ ਉਹਨਾਂ ਦੇ IT ਸੈੱਲ ਨੇ ਤਾਂ ਕੰਮ ਸ਼ੁਰੂ ਕਰ ਹੀ ਦਿੱਤਾ ਹੈ। ਭਾਸਕਰ ਸਾਹਿਬ, ਆਖਰ ਦੇ ਵਿੱਚ ਬਹੁਤ ਕਾਲੀ ਚ ਬਹੁਤ ਸੰਖੇਪ ਦੇ ਵਿੱਚ ਬਰਖਾਸਤ AIG ਰਾਜਜੀਤ ਸਿੰਘ ਆਪਣੀ ਬਰਖਾਸਤਗੀ ਦੇ ਖਿਲਾਫ ਹਾਈ ਕੋਰਟ ਚ ਗਏ ਨੇ, ਇਹਨੂੰ ਬਸ ਐਡਰੈਸ ਕਰ ਦਿਓ। ਬਹੁਤ ਕਾਲੀ ਚ ਸਮਾਂ ਬਿਲਕੁਲ ਖਤਮ ਨੇ। ਇਸ ਗੱਲ ਦੀ ਉਮੀਦ ਸੀਗੀ ਕਿ ਰਾਜਜੀਤ ਸਿੰਘ ਜਿਨ੍ਹਾਂ ਨੂੰ ਅਪ੍ਰੈਲ 17 ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਬਰਖਾਸਤ ਕਰ ਦਿੱਤਾ ਗਿਆ ਸੀ, ਡਰੱਗ ਪੈਡਲਰ ਵਰਸਸ ਪੁਲਿਸ ਯਾਨੀ ਇੰਦਰਜੀਤ ਜਿਹੜਾ ਆਲਰੇਡੀ ਅਰੈਸਟਡ ਇੰਸਪੈਕਟਰ ਸੀਗਾ, ਉਹਦੇ ਅਗੇਂਸਟ ਜਿਹੜੀ FIR ਸੀ ਉਹਦੇ ਵਿੱਚ ਵੀ ਨਾਮਜ਼ਦ ਕਰ ਦਿੱਤਾ ਗਿਆ ਸੀ ਰਾਜਜੀਤ ਉਹਨਾਂ ਨੇ ਆਪਣੇ ਐਕਸਪੈਲਸ਼ਨ ਦੇ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ, ਜਿਹਦੀ ਉਮੀਦ ਸੀ ਕਿਉਂਕਿ ਉਹਨਾਂ ਨੂੰ ਕੱਢਿਆ ਗਿਆ ਨੌਕਰੀ ਤੋਂ ਆਰਟੀਕਲ 311 ਦੇ ਹਿਸਾਬ ਨਾਲ। ਉਸ ਆਰਟੀਕਲ 311 ਦੇ ਹਿਸਾਬ ਨਾਲ ਨੈਚੁਰਲ ਜਸਟਿਸ ਦੇ ਲਾਅ ਦੇ ਹਿਸਾਬ ਨਾਲ ਕਿਸੇ ਵੀ ਉਸ EMPLOYE ਨੂੰ ਕੱਢਣ ਤੋਂ ਪਹਿਲੇ ਉਹਨੂੰ ਮੌਕਾ ਦੇਣਾ ਚਾਹੀਦਾ ਹੈ, ਇਨਕੁਆਇਰੀ ਕਰਨੀ ਚਾਹੀਦੀ ਹੈ, ਉਹਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਿਆ। ਇਹ ਗੱਲ ਦਾ ਐਲੀਗੇਸ਼ਨ ਲਾਉਂਦੇ ਹੋਏ ਉਹਨਾਂ ਨੇ ਇਸ ਆਰਡਰ ਨੂੰ ਚੈਲੰਜ ਕੀਤਾ। ਹੁਣ ਹਾਈ ਕੋਰਟ ਨੇ ਉਸ ਪਟੀਸ਼ਨ ਨੂੰ ਐਡਮਿਟ ਤੇ ਕਰ ਲਿਆ। ਜਦ ਇਹਦੇ ਉੱਤੇ ਸੁਣਵਾਈ ਹੋਏਗੀ ਤੇ ਫਿਰ ਅੱਗੇ ਗੱਲਾਂ ਤੁਰਨਗੀਆਂ। ਹਾਈ ਕੋਰਟ ਨੇ ਇਹ ਲਿਫਾਫੇ ਖੋਲੇ ਸੀ, ਹਾਈ ਕੋਰਟ ਨੇ ਆਦੇਸ਼ ਦਿੱਤਾ ਸੀ ਇੱਥੇ ਕਾਰਵਾਈ ਕਰਕੇ ਦੱਸੋ। ਹਾਈ ਕੋਰਟ ਦੇ ਵਿੱਚ ਹੀ ਇਸ ਕਾਰਵਾਈ ਤੋਂ ਬਾਅਦ ਵਿਅਕਤੀ ਕਿਹਾ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਤੇ ਹਾਈ ਕੋਰਟ ਦੇ ਵਿੱਚ ਸਰਕਾਰ ਇਸ ਸੰਬੰਧ ਦੇ ਵਿੱਚ ਪਹਿਲਾਂ ਹੀ ਖੜੀ ਆ। ਤਾਂ ਮੈਨੂੰ ਲੱਗਦਾ ਜੀ ਇੰਦਰਪ੍ਰੀਤ ਜੀ, ਮੈਂ ਇਹਦੇ 'ਚ ਇੱਕੋ ਹੀ ਉਹ ਹੈਗਾ ਕਿ ਜਦੋਂ ਬਰਖਾਸਤਗੀ ਹੁੰਦੀ ਹੈ ਕਿਸੇ ਵੀ ਬੰਦੇ ਦੀ, ਉਦੋਂ ਸਿੱਧੇ ਤੌਰ ਤੇ ਬਰਖਾਸਤ ਸ਼ਾਇਦ ਨਹੀਂ ਕਰ ਸਕਦੇ ਹੁੰਦੇ, ਉਹਨੂੰ 311 ਦਾ ਨੋਟਿਸ ਦੇਣਾ ਪੈਂਦਾ ਹੈ ਤੇ ਉਹਦੇ ਖਿਲਾਫ ਜੋ ਚਾਰਜਸ਼ੀਟ ਹੁੰਦੀ ਹੈ ਉਹਦਾ ਜਵਾਬ ਉਹਦੇ ਤੋਂ ਜ਼ਰੂਰ ਲੈਣਾ ਪੈਂਦਾ ਹੈ। ਫਿਰ ਅਗਰ ਉਹ ਜਵਾਬ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ
ਇਨਕੁਆਇਰੀ ਬਿਠਾ ਕੇ ਤੁਸੀਂ ਉਹਨੂੰ ਤਾਂ ਮੇਜਰ ਪੈਨਲਟੀ ਲਗਾਉਂਦੇ ਹੋ, ਯਾਨੀ ਕਿ ਕੋਈ ਅਗਰ ਬਰਖਾਸਤਗੀ ਵਾਲੀ ਕੋਈ ਗੱਲ ਹੈ। ਤੁਹਾਨੂੰ ਯਾਦ ਹੋਊਗਾ ਜਿਹੜਾ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਸੇਮ ਦਾ ਮਾਮਲਾ ਸੀ, ਉਹਦੇ ਵਿੱਚ ਵੀ ਇਹੀ ਸੀਗਾ ਕਿ ਇਹਨਾਂ ਨੇ ਸਭ ਨੇ ਆਪਣੇ ਆਪਣੇ ਜਵਾਬ ਦੇ ਦਿੱਤੇ ਆ ਹੁਣ, ਤੇ ਉਹਦੇ ਵਿੱਚ ਕਿਸੇ ਨੂੰ ਵੀ ਬਰਖਾਸਤ ਕਰਨ ਤੋਂ ਪਹਿਲਾਂ ਉਹਨਾਂ ਨੂੰ ਇੱਕ ਇਨਕੁਆਇਰੀ ਕਮਿਸ਼ਨ ਹੁਣ ਜ਼ਰੂਰ ਬਣਾਇਆ ਜਾਏਗਾ, ਜਿਹਦੇ ਵਿੱਚ ਉਹ ਆਪਣੇ ਪੱਖ ਰੱਖ ਸਕਣਗੇ। ਸੋ ਇਹਦੇ ਵਿੱਚ ਸ਼ਾਇਦ ਇੱਕ ਕੋਈ ਜਿਹੜਾ ਨੁਕਤਾ ਜਿਹੜੀ ਘਾਟ ਲੱਗ ਰਹੀ ਹੈ ਉਹ ਇਹੀ ਹੈ, ਜਿੱਥੇ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ਕਿ 311 ਦਾ ਨੋਟਿਸ ਦਿੱਤਾ ਨਹੀਂ ਗਿਆ, ਸਿੱਧਾ ਹੀ ਡਿਸਮਿਸ ਕਰਤਾ ਹੈ। ਸੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲ ਜੇ। ਲੇਕਿਨ ਇਹ ਟੈਕਨੀਕਲ ਰਾਹਤ ਕਿੰਨੇ ਦਿਨ ਖੜੂਗੀ, ਕਿਉਂਕਿ ਅਗਲੇ ਮਹੀਨੇ ਦੇ ਵਿੱਚ ਸਾਰੀ ਕਾਰਵਾਈ ਪੂਰੀ ਕਰਕੇ ਜਦੋਂ ਉਹਨਾਂ ਨੂੰ ਪੇਸ਼ ਹੋਣ ਲਈ ਕਹਿਣਗੇ, ਉਹ ਤਾਂ ਆਲਰੇਡੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਜਦੋਂ ਉਹਨਾਂ ਨੂੰ ਪੇਸ਼ ਹੋ ਕੇ ਪੱਖ ਰੱਖਣ ਲਈ ਕਿਹਾ ਜਾਊਗਾ ਉਹ ਨਹੀਂ ਆਉਣਗੇ, ਤਾਂ ਮੇਰੇ ਖਿਆਲ ਇਹ ਵੀ ਕਾਫੀ ਦਿਲਚਸਪ ਹੋਣ ਵਾਲਾ ਕਿ ਕੋਈ ਅਖਬਾਰ 'ਚ ਨੋਟਿਸ ਦਿੱਤਾ ਜਾਊਗਾ ਵੀ ਤੁਹਾਨੂੰ ਸੱਦਿਆ ਜਾਂਦਾ 311 ਦੇ ਤਹਿਤ, ਤੁਸੀਂ ਆਪਣੇ ਪੱਖ ਰੱਖੋ। ਇਹ ਸਾਰੀਆਂ ਗੱਲਾਂ ਮਹਿਜ ਰਸਮ ਤੱਕ ਨੇ। ਇਹਦੇ ਵਿੱਚ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਉਹਨਾਂ ਦੇ ਖਿਲਾਫ ਨਸ਼ਿਆਂ ਵਾਲੇ ਮਾਮਲੇ 'ਚ ਲੈ ਕੇ ਕੀ ਕਾਰਵਾਈ ਹੁੰਦੀ ਹੈ। ਬਰਖਾਸਤਗੀ ਨਾਲੋਂ ਵੀ ਵੱਡੇ ਇਹ ਮਾਮਲੇ ਆ ਜਿਨ੍ਹਾਂ 'ਚੋਂ ਬਾਹਰ ਆਉਣਾ, ਪਾਰ ਪਾਉਣਾ ਕਾਫੀ ਔਖਾ ਹੁੰਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।